ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਬਿਗਨਨ ਕੇ ਨਾਸ਼ਕ। ਬਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਧਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦਾਂ ਕਰਿਅਨ ਏਕ ਓੰਕਾਰ ਸਤਿਗੁਰੂ। ਦੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਿਸ ਨਰ ਕੇ ਬੜ ਭਾਗ ਜਗ। ਇਹ ਮਾਨੈ ਉਪਦੇਸ਼। ਮਮ ਪਦ ਕੋ ਪ੍ਰਾਪਤ ਕਰੇ। ਜਾਗੈ ਸਕਲ ਕਲੇਸ਼। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ। ਪਤਿਤ ਪਾਵਨ ਭਗਤ ਵਸ਼ਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਜਗਤ ਗੁਰੂ, ਸ਼ਬਦ ਗੁਰੂ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਸਮੂਹ ਸੰਗਤ ਪੰਚਮ ਪਾਤਸ਼ਾਹ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤ ਸੇਵਾਵਾਂ ਦੇ ਵਿੱਚ ਹਾਜ਼ਰੀ ਭਰ ਰਹੀ ਹੈ। ਸਤਿਗੁਰੂ ਜੀ ਸਭਨਾਂ ਦੀ ਯਾਤਰਾ ਸੇਵਾ ਭੇਟਾ ਸਤ ਸੰਗਤ ਪ੍ਰਵਾਨ ਕਰਨ ਸਫਲੀ ਕਰਨ। ਆਓ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਗੁਰ ਇਤਿਹਾਸ ਦੀ ਕਥਾ ਵਿਚਾਰ ਤੋਂ ਹੁੰਦੀ ਹੈ। ਸਮਾਂ ਹੋ ਚੁੱਕਾ ਹੈ। ਲੜੀਵਾਰ ਗੁਰ ਇਤਿਹਾਸ ਭਾਵਨਾ ਸਹਿਤ ਸਰਵਣ ਕਰੀਏ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਅਸਾਂ ਵਿਸਥਾਰ ਸਹਿਤ ਸਾਰਾ ਜਿਸ ਢੰਗ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ ਹੈ ਸਰਵਣ ਕੀਤਾ। ਔਰ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਹਨ ਔਰ ਉਹਨਾਂ ਦਾ ਸਰੀਰ ਛੱਡਣ ਦਾ ਵੇਲਾ ਹੈ, ਆਖਰੀ ਸਮਾਂ ਹੈ। ਸੰਗਤ ਨੂੰ ਸੁਨੇਹੇ ਭੇਜ ਦਿੱਤੇ ਗਏ ਹਨ ਅਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਸਤਿਗੁਰਾਂ ਨੇ ਸੁਨੇਹਾ ਭੇਜਿਆ ਹੈ ਕਿ ਭਾਈ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੋ। ਇੱਕ ਤਾਂ ਅਗਲੇ ਸਤਿਗੁਰੂ ਜੀ ਥਾਪੇ ਜਾਣਗੇ, ਸੱਤਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜਾਏਗੀ। ਇੱਕ ਅਸੀਂ ਸਰੀਰ ਛੱਡ ਰਹੇ ਹਾਂ। ਵਹੀਰਾਂ ਘੱਤ ਕੇ ਗੁਰੂ ਕੀ ਪਿਆਰੀ ਸੰਗਤ ਬੜੀ ਭਾਵਨਾ ਦੇ ਨਾਲ ਬੈਰਾਗ ਮਨ ਦੇ ਵਿੱਚ ਲੈ ਕਰਕੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਜੁੜੀ ਹੈ। ਔਰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਛੋਟੇ ਪੋਤਰੇ ਸ਼੍ਰੀ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਇਆ ਹੈ। ਅਤੇ ਕੁਝ ਦਿਨਾਂ ਬਾਅਦ ਸਤਿਗੁਰਾਂ ਨੇ ਫਿਰ ਬਚਨ ਕੀਤਾ ਹੈ ਕਿ ਭਾਈ ਹੁਣ ਅਸੀਂ ਸਰੀਰ ਛੱਡ ਰਹੇ ਹਾਂ। ਗੁਰੂ ਕੇ ਚਰਨਾਂ ਦੇ ਵਿੱਚ ਦੋ ਗੁਰੂ ਕੇ ਮਹਿਲ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਬੈਠੇ ਹਨ। ਪੰਜਾਂ ਸਪੁੱਤਰਾਂ ਦੇ ਵਿੱਚੋਂ ਤਿੰਨ ਸਪੁੱਤਰ ਦੋ ਚੜ੍ਹਾਈ ਕਰ ਗਏ, ਬਾਬਾ ਗੁਰਦਿੱਤਾ ਜੀ ਅਤੇ ਬਾਬਾ ਅਟਲ ਰਾਏ ਜੀ। ਔਰ ਤਿੰਨ ਗੁਰੂ ਕੇ ਚਰਨਾਂ ਦੇ ਵਿੱਚ ਬੈਠੇ ਹੋਏ ਹਨ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਗੁਰੂ ਤੇਗ ਬਹਾਦਰ ਜੀ। ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ, ਭਾਈ ਰੂਪਾ ਜੀ ਔਰ ਇਸੇ ਤਰ੍ਹਾਂ ਭਾਈ ਰਾਏ ਜੋਧ ਸ਼ਾਹ। ਅਨੇਕਾਂ ਬੇਅੰਤ ਗੁਰੂ ਕੇ ਸਿੱਖ ਸੇਵਕ ਸੰਗਤ ਸ਼ਰਧਾਲੂ ਬੇਅੰਤ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੀ ਹੈ। ਔਰ ਪਾਤਸ਼ਾਹ ਜੀ ਨੇ ਫਿਰ ਸਾਰੀ ਸੰਗਤ ਬੈਰਾਗ ਕਰ ਰਹੀ ਹੈ। ਜਿਸ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸੀਗੇ, ਜਿਸ ਭਾਰੀ ਗੁਰੂ ਦੀ ਜਗਤ ਦੇ ਵਿੱਚ ਇਤਨੀ ਵੱਡੀ ਮਹਿਮਾ ਸੀਗੀ, ਜਿਸ ਸਤਿਗੁਰਾਂ ਦੇ ਬਾਦਸ਼ਾਹ ਤੋਂ 4 ਵਾਰੀ, ਜਿਸ ਸਤਿਗੁਰਾਂ ਦੇ ਬਲ ਤੋਂ 4 ਵਾਰੀ ਬਾਦਸ਼ਾਹ ਵੀ ਹਾਰ ਗਿਆ ਔਰ ਆਖਰਕਾਰ ਵੀ ਪ੍ਰਣ ਕਰ ਲਿਆ ਸੀਗਾ ਕਿ ਅਗਾਂਹ ਤੋਂ ਮੈਂ ਸਤਿਗੁਰਾਂ ਦੇ ਨਾਲ ਜੰਗ ਨਹੀਂ ਕਰਾਂਗਾ। ਐਸੇ ਦੀਨ ਦਿਆਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦੀ ਮਹਾਰਾਜਿਆਂ ਦੇ ਨਾਲੋਂ ਬਾਦਸ਼ਾਹ ਦੇ ਨਾਲੋਂ ਵੱਧ ਸੋਭਾ ਹੈ, ਵਡਿਆਈ ਹੈ। ਔਰ ਦਲ ਭੰਜਨ ਗੁਰ ਸੂਰਮੇ ਵੱਡ ਜੋਧੇ ਬਹੁ ਪਰਉਪਕਾਰੀ। ਸਤਿਗੁਰੂ ਜੀ ਸਰੀਰ ਛੱਡ ਰਹੇ ਹਨ। ਸੰਗਤਾਂ ਬੜੇ ਬੈਰਾਗ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੀਆਂ ਹਨ, ਗੁਰੂ ਕੇ ਚਰਨਾਂ ਦੇ ਵਿੱਚ ਬੈਠੀਆਂ ਹਨ। ਸਤਿਗੁਰਾਂ ਨੇ ਸਾਰਿਆਂ ਨੂੰ ਧੀਰਜ ਬਖਸ਼ਿਆ ਕਿ ਭਾਈ ਦੇਖੋ, ਇਹ ਕੋਈ ਅਣਹੋਣੀ ਗੱਲ ਨਹੀਂ ਹੈ।
ਇਹ ਤਾਂ ਸਾਰੇ ਸੰਸਾਰ ਦੇ ਵਿੱਚ ਵਾਪਰਦਾ ਆਇਆ ਹੈ। ਜਿਹਦਾ ਵੀ ਜਨਮ ਹੋਇਆ, ਜਿਹੜਾ ਵੀ ਸੰਸਾਰ ਦੇ ਵਿੱਚ ਆਇਆ ਹੈ, ਉਹਨੇ ਇੱਕ ਦਿਨ ਜਾਣਾ ਹੈ ਤੇ ਕਿਸੇ ਨੇ ਬੈਰਾਗ ਨਹੀਂ ਕਰਨਾ। ਤੇ ਭਾਰੀ ਬੈਰਾਗ ਕਰ ਰਹੀ ਸੰਗਤ ਨੂੰ ਸਤਿਗੁਰਾਂ ਨੇ ਬਚਨ ਕੀਤਾ ਹੈ ਛੇਵੇਂ ਪਾਤਸ਼ਾਹ ਜੀ ਨੇ। ਕੱਲ੍ਹ ਆਪਾਂ ਇੱਕ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਰਵਣ ਕਰ ਰਹੇ ਸੀ, ਜਿਹਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਚਾਨਣ ਜੇ ਚਾਹੀਦਾ ਹੈ ਤੇ ਚਾਨਣ ਉਹ ਲਾਓ ਜਿਹਦੇ ਕਰਕੇ ਹਿਰਦੇ ਘਰ ਦੇ ਵਿੱਚ ਪ੍ਰਕਾਸ਼ ਹੋ ਜਾਵੇ ਤੇ ਵਹਿਮ ਭਰਮ ਅਗਿਆਨਤਾ ਖਤਮ ਹੋ ਜਾਏ। ਤੇ ਜੇ ਆਰਾਧਨਾ ਹੈ, ਜੇ ਕਿਸੇ ਨੂੰ ਯਾਦ ਕਰਨਾ ਹੈ ਤੇ ਕਿਸੇ ਸਰੀਰ ਦੇ ਨਾਲ ਨਾ ਜੁੜੋ, ਪਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ ਜੁੜੋ। ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ। ਤੇ ਜੇ ਤਿਆਗਣਾ ਹੈ, ਛੱਡਣਾ ਇਹਨਾਂ ਕੁਛ, ਤਿਆਗਣਾ ਤਿਆਗਣ ਨੇਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਜੇ ਛੱਡਣਾ ਹੈ ਤੇ ਇਹਨਾਂ ਵਿਕਾਰਾਂ ਨੂੰ ਛੱਡੋ। ਜਾਗਣਾ ਜਾਗਣ ਨੇਕਾ ਹਰ ਕੀਰਤਨ ਮੈਂ ਜਾਗਣਾ। ਤੇ ਜੇ ਜਾਗਣਾ ਹੀ ਹੈ ਤੇ ਪਾਪ ਕਰਨ ਵਾਸਤੇ ਨਹੀਂ, ਚੋਰੀ ਕਰਨ ਵਾਸਤੇ, ਛਲ ਕਰਨ ਵਾਸਤੇ ਨਹੀਂ। ਜੇ ਜਾਗਣਾ ਹੈ ਨਾ ਤੇ ਮਾਲਕ ਦੀ ਕੀਰਤੀ ਦੇ ਵਿੱਚ ਜਾਗ, ਕਹਿਣ ਤੋਂ ਭਾਵ ਬੰਦਗੀ ਕਰ ਅੰਮ੍ਰਿਤ ਵੇਲੇ ਜਾਗ ਕਰਕੇ। ਬਚਨ ਕੀਤਾ ਜੇ ਮਨ ਲਾਉਣਾ ਹੀ ਹੈ ਕਿਤੇ ਤੇ ਬਚਨ ਕੀਤਾ ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਜੇ ਲਾਉਣਾ ਹੀ ਹੈ ਨਾ ਮਨ ਨੂੰ ਕਿਤੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਲਾਓ। ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ। ਹੇ ਨਾਨਕ, ਉਹਨਾਂ ਗੁਰੂ ਕੇ ਸਿੱਖਾਂ ਵਾਸਤੇ ਸਾਰਾ ਕੁਝ ਭਲਾ ਹੈ ਜਿਹੜੇ ਇੱਕ ਮਾਲਕ ਦੇ ਨਾਲ ਜੁੜੇ ਹੋਏ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕਰਕੇ ਜਿਹੜੀ ਸੰਗਤ ਬੈਰਾਗ ਕਰ ਰਹੀ ਹੈ, ਜਿਨ੍ਹਾਂ ਦੇ ਅੰਦਰ ਬਹੁਤ ਵੱਡੀ ਤੜਫ ਹੈ, ਤੇ ਸਤਿਗੁਰਾਂ ਨੇ ਉਹਨਾਂ ਸਾਰਿਆਂ ਨੂੰ ਧਰਵਾਸਾ ਦਿੱਤਾ, ਧੀਰਜ ਬਖਸ਼ਿਆ ਔਰ ਇੱਕ ਮਾਲਕ ਦੇ ਚਰਨਾਂ ਦੇ ਨਾਲ ਜੁੜਿਆ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਭਾਵਨਾ ਸਹਿਤ ਲੜੀਵਾਰ ਜਿਵੇਂ ਪਾਤਸ਼ਾਹ ਜੀ ਸਰੀਰ ਛੱਡਦੇ ਹਨ, ਇਹ ਇਤਿਹਾਸ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਦਬ ਸਹਿਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਿਸ ਨਰ ਕੇ ਬੜ ਭਾਗ ਜਗ ਇਹ ਮਾਨੈ ਉਪਦੇਸ਼। ਛੇਵੇਂ ਪਾਤਸ਼ਾਹ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਇਹ ਬਚਨ ਕਰ ਰਹੇ ਹਨ। ਕਹਿਣ ਲੱਗੇ, ਹੇ ਭਾਈ, ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਨ੍ਹਾਂ ਦੇ ਕਰਮ ਸਾਥ ਦਿੰਦੇ ਹੋਣ, ਉਹ ਗੁਰਬਾਣੀ ਦੇ ਗੁਰੂ ਕੇ ਬਚਨ ਮੰਨ ਕੇ ਜੀਵਨ ਦੇ ਵਿੱਚ ਧਾਰਨ ਕਰਕੇ ਆਪਣਾ ਜੀਵਨ ਸਫਲ ਬਣਾ ਲੈਂਦਾ ਹੈ। ਪਦ ਕੋ ਪ੍ਰਾਪਤ ਕਰੇ ਤਿਆਗੈ ਸਕਲ ਕਲੇਸ਼। ਔਰ ਉੱਚੀ ਜਿਹੜੀ ਅਵਸਥਾ ਹੈ, ਉੱਚਾ ਜਿਹੜਾ ਪਦ ਹੈ, ਉਹ ਗੁਰੂ ਕਾ ਪਿਆਰਾ ਗੁਰਮਤਿ ਦੇ ਅਨੁਸਾਰ ਜੀਵਨ ਨਿਭਾ ਕਰਕੇ ਐਸੇ ਜਿਹੜੇ ਪਦ ਦੀ ਪ੍ਰਾਪਤੀ, ਐਸੇ ਰੁਤਬੇ ਦੀ ਪ੍ਰਾਪਤੀ ਔਰ ਐਸੀ ਅਵਸਥਾ ਦੀ ਪ੍ਰਾਪਤੀ ਗੁਰੂ ਕੇ ਪਿਆਰਿਆਂ ਨੂੰ ਹੁੰਦੀ ਹੈ। ਔਰ ਤੁਸੀਂ ਸਾਰੀ ਜਿਹੜੀ ਸਿੱਖ ਸੰਗਤ ਜਿਤਨੇ ਵੀ ਭਾਵਨਾ ਦੇ ਨਾਲ ਇੱਥੇ ਪਹੁੰਚੇ ਹੋ, ਸਾਡੇ ਸਾਰੇ ਤੁਸੀਂ ਸਾਡੇ ਪਰਿਵਾਰ ਦੀ ਤਰ੍ਹਾਂ ਹੋ। ਸਿੱਖ ਸੰਗਤ ਮੇਰੋ ਪਰਿਵਾਰੂ। ਇਹ ਨਹੀਂ ਹੈ ਕਿ ਬਾਬਾ ਅਣੀ ਰਾਏ ਜੀ ਤੇ ਬਾਬਾ ਸੂਰਜਮਲ ਮੱਲ ਜੀ ਤੇ ਬਾਬਾ ਤੇਗ ਬਹਾਦਰ ਜੀ ਮੇਰੇ ਪੁੱਤਰ ਹਨ। ਨਹੀਂ ਭਾਈ, ਤੁਸੀਂ ਸਾਰੇ ਜਿਤਨੇ ਹੀ ਇੱਥੇ ਬੈਠੇ ਹੋਏ ਹੋ ਨਾ, ਸਾਰੇ ਮੇਰੇ ਪੁੱਤਰਾਂ ਦੀ ਤਰ੍ਹਾਂ ਹੋ, ਮੇਰੇ ਪਰਿਵਾਰ ਦੀ ਤਰ੍ਹਾਂ। ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ। ਕਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਮਦਮਾ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਇਹੀ ਬਚਨ ਕੀਤਾ ਸੀਗਾ। ਜਦੋਂ ਮਾਤਾਵਾਂ ਨੇ ਆਣ ਕੇ ਪੁੱਛਿਆ ਸੀ ਨਾ, ਸਾਡੇ ਸਾਹਿਬਜ਼ਾਦੇ ਪਾਤਸ਼ਾਹ ਜੀ ਕਿੱਥੇ ਹਨ, ਨਜ਼ਰ ਨਹੀਂ ਆ ਰਹੇ, ਤੇ ਉਦੋਂ ਵੀ ਸਤਿਗੁਰਾਂ ਨੇ ਬਚਨ ਕੀਤਾ। ਫਿਰ ਕੀ ਹੋਇਆ, ਜੇ 4 ਵਾਰੇ ਗਏ, ਆ ਸਾਹਮਣੇ ਜਿਤਨੀ ਵੀ ਸੰਗਤ ਬੈਠੀ ਹੈ, ਆ ਸਿੱਖ ਬੈਠੇ ਹਨ, ਸਾਰੇ ਸਾਡੇ ਪੁੱਤਰ ਹਨ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹਨਾਂ ਨੂੰ ਦੇਖੋ, ਇਹ ਸਾਡੇ ਪੁੱਤਰ ਹੀ ਹਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਭਾਈ ਤੁਸੀਂ ਸਾਰੇ ਮੇਰਾ ਪਰਿਵਾਰ ਹੋ।
ਔਰ ਮਾਲਕ ਦੀ ਕੀਰਤੀ ਕਰਕੇ, ਬੰਦਗੀ ਕਰਕੇ, ਸਿਮਰਨ ਕਰਕੇ ਸਦੀਵ ਕਾਲ ਵਾਸਤੇ ਜਿਹੜਾ ਆਨੰਦ ਹੈ, ਖੁਸ਼ੀ ਹੈ, ਗੁਰੂ ਕੇ ਚਰਨਾਂ ਦੇ ਵਿੱਚੋਂ ਪ੍ਰਾਪਤ ਕਰੋ ਜੀ। ਪੜੋ ਸ਼ਬਦ ਸਿਮਰੋ ਸਤਨਾਮ। ਔਰ ਸ਼ਬਦ ਦੇ ਨਾਲ ਜੁੜੋ। ਸਿੱਧਾ ਜੋਗੀਆਂ ਨੂੰ ਵੀ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ, ਜਦੋਂ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕਿਹੜਾ ਹੈ, ਤੇ ਸਤਿਗੁਰਾਂ ਨੇ ਬਚਨ ਕੀਤਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸਾਡਾ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸਾਡਾ ਸ਼ਬਦ ਜਿਹੜਾ ਉਹੀ ਗੁਰੂ ਹੈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਹੀ ਬਚਨ ਕਰ ਰਹੇ ਨੇ, ਕਹਿਣ ਲੱਗੇ ਟੇਕ ਲੈਣਾ ਹੈ, ਆਸਰਾ ਲੈਣਾ ਹੈ, ਤੇ ਸ਼ਬਦ ਦਾ ਲਓ। ਪਠੋ ਸ਼ਬਦ ਸਿਮਰੋ ਸਤਨਾਮੂ। ਸ਼ਬਦ ਪੜੋ, ਮਾਲਕ ਦੀ ਕੀਰਤੀ ਦੇ ਵਿੱਚ ਬਿਰਤੀ ਜੋੜੋ ਜੀ। ਮੈਂ ਗਮਨੋ ਅਬ ਆਪਣੇ ਧਾਮੂ। ਔਰ ਸਤਿਗੁਰਾਂ ਨੇ ਬਚਨ ਕੀਤਾ ਕਿ ਹੁਣ ਬੈਰਾਗ ਨਹੀਂ ਕਰਨਾ ਸਾਡੇ ਸਰੀਰ ਦਾ। ਹਰੇਕ ਸਰੀਰ ਨੇ ਜਾਣਾ ਹੀ ਹੈ, ਉਸੇ ਤਰ੍ਹਾਂ ਇਹ ਵੀ ਸਰੀਰ, ਸਾਡਾ ਵੀ ਸਰੀਰ ਇੱਕ ਦਿਨ ਵਿਨਸਣਾ ਹੀ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਮੈਂ ਗਮਨੋ ਅਬ ਆਪਣੇ ਧਾਮੂ। ਮੈਂ ਵੀ ਜਿਤਨਾ ਕੋ ਸਮਾਂ ਮਿਲਿਆ ਸੀਗਾ, ਹੁਣ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਸੀਂ ਜਾ ਰਹੇ ਹਾਂ। ਕਰੋ ਨ ਸ਼ੋਕ ਭੋਗ ਮੈਂ ਕੋਈ। ਔਰ ਕੋਈ ਵੀ ਜਿਹੜਾ ਸਾਡਾ ਪਿਆਰਾ ਹੈ, ਸਾਡਾ ਸੇਵਕ ਹੈ, ਸਾਡਾ ਪਰਿਵਾਰ ਹੈ, ਮਨ ਦੇ ਵਿੱਚ ਬੈਰਾਗ ਨਾ ਕਰੇ, ਮਨ ਦੇ ਵਿੱਚ ਸ਼ੋਕ ਨਾ ਕਰੇ, ਚਿੰਤਾ ਨਾ ਕਰੇ। ਆਪਾਂ ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਕਿ ਭਾਈ ਜਿਨ੍ਹੇ ਤਾਂ ਜੀਵਨ ਨਿਭਾ ਲਿਆ ਹੈ, ਉੱਚਾ ਸੁੱਚਾ ਜੀਵਨ ਸਫਲ ਕਰਕੇ ਜਿਹੜੇ ਗਏ ਹਨ, ਇਹ ਤਾਂ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ। ਜਦੋਂ ਕੋਈ ਮਨਮੁਖ ਬੰਦਾ ਗੁਰੂ ਤੋਂ ਵੇਮੁਖ ਹੋ ਕੇ ਸੰਸਾਰ ਤੋਂ ਜਾਂਦਾ ਹੈ ਨਾ, ਉਹਨੂੰ ਰੋਣਾ ਚਾਹੀਦਾ ਹੈ ਜਿਹੜਾ ਇਤਨੇ ਸਮੇਂ ਬਾਅਦ ਇਹ ਮਨੁੱਖਾ ਸਰੀਰ ਮਿਲਿਆ ਹੈ ਤੇ ਜਿਹੜਾ ਅਜਾਈਂ ਗਵਾ ਕੇ ਚਲਿਆ ਗਿਆ, ਗੁਰੂ ਵਾਲਾ ਨਹੀਂ ਬਣਿਆ। ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਵਿਕਾਏ। ਜਿਹਨੇ ਆਪਣੀ ਜੀਵਨ ਕੌਡੀਆਂ ਦੇ ਭਾਅ ਬਤੀਤ ਕਰ ਦਿੱਤਾ ਤੇ ਕੋਈ ਭਲਾ ਨਹੀਂ ਕੀਤਾ, ਕੋਈ ਬੰਦਗੀ ਨਹੀਂ ਕੀਤੀ, ਰੋਣਾ ਹੈ ਤੇ ਉਹਨੂੰ ਰੋਵੋ। ਜਿਨ੍ਹਾਂ ਨੇ ਜੀਵਨ ਦੀ ਬਾਜੀ ਜਿੱਤ ਲਈ ਹੈ, ਉਹ ਜਦੋਂ ਜਾਂਦਾ ਹੈ ਫਿਰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਮਨਾਂ ਦੇ ਵਿੱਚ। ਕਹਿਣ ਲੱਗੇ ਇਸੇ ਤਰ੍ਹਾਂ ਅੱਜ ਤੁਹਾਡਾ ਗੁਰੂ ਚੱਲਿਆ ਹੈ ਤੇ ਮਨ ਦੇ ਵਿੱਚ ਭਾਰੀ ਖੁਸ਼ੀ ਰੱਖੋ, ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਹੈ। ਔਰ ਗੁਰੂ ਦੇ ਚਰਨਾਂ ਦੇ ਵਿੱਚ ਭਰੋਸਾ ਰੱਖੋ, ਥਿਰ ਹੋ ਜਾਓ। ਔਰ ਸਾਰਾ ਕੁਝ ਜਿਹੜਾ ਪਰਮੇਸ਼ਰ 'ਤੇ ਭਰੋਸਾ ਰੱਖੇਗਾ, ਸ਼ਬਦ ਦੇ ਨਾਲ ਜੁੜੇਗਾ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਔਰ ਸਾਡਾ ਸਿੱਖ ਉਹ ਹੈ, ਸਾਡਾ ਪਿਆਰਾ ਉਹ ਹੈ ਜਿਹੜਾ ਬਚਨਾਂ ਦੇ ਮੁਤਾਬਕ ਚੱਲੇਗਾ, ਜਿਹੜਾ ਹੁਕਮ ਦੇ ਵਿੱਚ ਰਹੇਗਾ। ਆਪਾਂ ਕਈ ਵਾਰੀ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਦੇ ਹਾਂ ਨਾ, ਜਿਹੜਾ ਬਾਬਾ ਸੁੰਦਰ ਜੀ ਨੇ ਲਿਖਿਆ ਹੋਇਆ ਹੈ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ। ਧੰਨ ਗੁਰੂ ਅਮਰਦਾਸ ਜੀ ਨੇ ਵੀ ਅਖੀਰ ਵੇਲੇ ਸੰਗਤਾਂ ਨੂੰ ਇਹੀ ਆਖਿਆ, ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਜਿਹੜਾ ਸਾਡੇ ਜਾਣ ਤੋਂ ਬਾਅਦ ਰੋਏਗਾ ਨਾ, ਉਹ ਸਾਨੂੰ ਥੋੜ੍ਹਾ ਵੀ ਚੰਗਾ ਨਹੀਂ ਲੱਗੇਗਾ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਉਹ ਸਾਨੂੰ ਚੰਗਾ ਨਹੀਂ ਲੱਗੇਗਾ, ਪਾਏਗਾ ਨਹੀਂ। ਇਸ ਕਰਕੇ ਬੈਰਾਗ ਨਹੀਂ ਕਰਨਾ, ਮਾਲਕ ਦੀ ਕੀਰਤੀ ਕਰਨੀ ਹੈ, ਸਿਮਰਨ ਕਰਨਾ ਹੈ। ਪਾਤਸ਼ਾਹ ਜੀ ਨੇ ਵੀ ਉਸੇ ਤਰ੍ਹਾਂ ਦੇ ਬਚਨ ਕੀਤੇ, ਸੋ ਪਿਆਰੋ ਜੋ ਕਹਿਓ ਕਮਾਵੇ। ਸਾਡਾ ਪਿਆਰਾ ਉਹੀ ਹੈ ਜਿਹੜਾ ਸਾਡੇ ਬਚਨਾਂ ਦੇ ਮੁਤਾਬਕ ਚੱਲਦਾ ਹੈ। ਔਰ ਸਾਡੇ ਤਰ੍ਹਾਂ ਉਹ ਵੀ ਜਿਹੜਾ ਗੁਰੂ ਕੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਚੱਲਣ ਵਾਲਾ ਹੋਏਗਾ ਨਾ, ਉਹ ਵੀ ਉੱਚੇ ਰੁਤਬੇ ਦਾ, ਉੱਚੀ ਪਦਵੀ ਦਾ ਮਾਲਕ ਹੋਏਗਾ। ਤੇ ਜਿਹੜਾ ਗੁਰੂ ਕਾ ਪਿਆਰਾ ਸਦਾ ਹੀ ਸਨੇਹ ਗੁਰਬਾਣੀ ਦੇ ਨਾਲ, ਗੁਰੂ ਕੇ ਬਚਨਾਂ ਦੇ ਨਾਲ ਕਰਦਾ ਹੈ, ਗੁਰੂ ਦੇ ਉਪਦੇਸ਼ ਦੇ ਨਾਲ, ਉਹਦਾ ਜੀਵਨ ਸਫਲ ਹੁੰਦਾ ਹੈ। ਔਰ ਜਿਹੜਾ ਪੜ੍ਹਦਾ ਹੈ ਬਾਣੀ ਤੇ ਜਿਹੜਾ ਗੁਰਬਾਣੀ ਦੇ ਨਾਲ ਜੁੜਦਾ ਹੈ ਜਾਂ ਸੁਣਦਾ ਹੈ, ਪਠਨ ਸੁਣਤ ਤੇ ਆਨੰਦ ਠਾਨੀ। ਪਾਤਸ਼ਾਹ ਜੀ ਨੇ ਬਚਨ ਕੀਤਾ, ਉਹਦੇ ਜੀਵਨ ਦੇ ਵਿੱਚ ਹਮੇਸ਼ਾ ਆਨੰਦ ਹੀ ਆਨੰਦ ਰਹੇਗਾ। ਔਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਤਨਾਮ, ਉਹਦੇ ਰੰਗ ਦੇ ਵਿੱਚ ਮਸਤ ਹੋ ਕੇ, ਲੀਨ ਹੋ ਕੇ ਪਰਮੇਸ਼ਰ ਦੇ ਵਿੱਚ ਖੁਸ਼ੀ ਦੇ ਨਾਲ ਮਾਲਕ ਦੀ ਉਸਤਤ ਗਾਓ ਜੀ। ਔਰ ਜਿਹੜਾ ਮਾਲਕ ਦੀ ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਪ੍ਰੇਮ ਕਰੇਗਾ, ਉਹਦਾ ਜਿਹੜਾ ਸਨੇਹ ਹੈ, ਮੁਹੱਬਤ ਹੈ ਪਰਮਾਤਮਾ ਦੇ ਨਾਲ,
ਉਹ ਦਿਨ ਬਰ ਦਿਨ ਵੱਧਦਾ ਜਾਏਗਾ। ਜਿਤਨੀ ਕੋਈ ਵੱਧ ਕੀਰਤੀ ਕਰੇਗਾ ਉਤਨਾ ਹੀ ਉਹ ਪਰਮੇਸ਼ਰ ਨੂੰ ਵੱਧ ਚੰਗਾ ਲੱਗੇਗਾ। ਸਤਿਗੁਰ ਕਹਿ ਕੇ ਉਪਦੇਸ਼ ਔਰ ਇਸ ਪ੍ਰਕਾਰ ਬੇਅੰਤ ਉਪਦੇਸ਼ ਬੈਰਾਗ ਕਰ ਰਹੀ ਸੰਗਤਾਂ ਦੇ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ ਕਿ ਛੇਵੇਂ ਪਾਤਸ਼ਾਹ ਜੀ ਨੇ ਹੁਣ ਸਰੀਰ ਛੱਡਣਾ ਹੈ ਔਰ ਅਗਾਂਹ ਐਸੇ ਸਤਿਗੁਰਾਂ ਦੇ ਸਾਨੂੰ ਦੀਦਾਰ ਨਸੀਬ ਨਹੀਂ ਹੋਣੇ। ਐਸੇ ਪਾਤਸ਼ਾਹ ਜੀ ਦੇ ਸੰਗਤਾਂ ਦੇ ਮਨ ਦੇ ਵਿੱਚ ਬੈਰਾਗ ਹੈ, ਪਰ ਸਤਿਗੁਰਾਂ ਨੇ ਬੈਰਾਗ ਵਾਲੇ ਪਾਸਿਓਂ ਹਟਾ ਕਰਕੇ ਇੱਕ ਮਾਲਕ ਦੇ ਨਾਲ, ਸ਼ਬਦ ਦੇ ਨਾਲ ਸਾਰੀ ਸੰਗਤ ਨੂੰ ਜੋੜਿਆ ਹੈ। ਸਭ ਕੋ ਧੀਰਜ ਦੀਨ ਅਸ਼ੇਸ਼ ਤੇ ਗਰੀਬ ਨਿਵਾਜ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਹੁਣ ਧੀਰਜ ਬਖਸ਼ਿਆ। ਸਾਰੀ ਸੰਗਤ ਸ਼ਾਂਤ ਹੋਈ ਹੈ। ਜੋਧ ਰਾਇਰੋ ਸਾਹਿਬ ਨਿਭਾਣਾ ਨੇਰੇ ਤੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਕੋਲ ਰਾਏ ਜੋਧ ਸ਼ਾਹ ਛੇਵੇਂ ਪਾਤਸ਼ਾਹ ਜੀ ਦਾ ਸੈਨਿਕ, ਸੈਨਾਪਤੀ, ਜੰਗਾਂ ਦੇ ਵਿੱਚ ਵੱਡਾ ਸਾਥ ਦੇਣ ਵਾਲਾ ਰਾਏ ਜੋਧ ਸ਼ਾਹ ਔਰ ਬਾਬਾ ਬੁੱਢਾ ਸਾਹਿਬ ਜੀ ਦਾ ਸਪੁੱਤਰ ਭਾਈ ਭਾਨਾ ਜੀ ਗਰੀਬ ਨਿਵਾਜ ਸਤਿਗੁਰਾਂ ਦੇ ਕੋਲ ਹਨ। ਸੋ ਹੁਕਮ ਕਰਿਓ ਜਿਸ ਬੇਰੇ ਔਰ ਉਹਨਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਹੁਕਮ ਕੀਤਾ ਹੈ। ਸਪਤ ਦਿਵਸ ਮੈਂ ਸ੍ਰੀ ਹਰਿ ਰਾਏ ਤੇ ਕਹਿਣ ਲੱਗੇ 7ਵਾਂ ਦਿਨ, ਅੱਜ ਤੋਂ 7ਵਾਂ ਦਿਨ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ ਜਿਸ ਦਿਨ ਅੰਮ੍ਰਿਤ ਵੇਲਾ ਹੋਏਗਾ 7ਵਾਂ ਦਿਨ। ਕੁਝ ਦਿਨ ਅਸੀਂ ਹੁਣ ਸ਼ਾਂਤ ਰਹਿ ਕਰਕੇ ਮਾਲਕ ਦੀ ਇਬਾਦਤ ਕਰਾਂਗੇ, ਸਿਮਰਨ ਕਰਾਂਗੇ। ਤੇ ਜਿਸ ਦਿਨ ਹੈ ਭਾਈ ਭਾਨਾ ਜੀ, ਹੈ ਰਾਏ ਜੋਧ ਸ਼ਾਹ ਔਰ ਹੋਰ ਜਿਹੜੇ ਕੁਝ ਮੁਖੀ ਸੇਵਕ ਸਨ ਉਹਨਾਂ ਨੂੰ ਬਚਨ ਕੀਤਾ ਜਦੋਂ 7 ਦਿਨ ਹੋ ਜਾਣਗੇ ਗੋਸ਼ਟ ਕੋ ਦਰ ਖੋਲ੍ਹੇ ਆਏ ਤੇ ਸ਼੍ਰੀ ਹਰਿ ਸਾਹਿਬ ਜੀ ਜਿਨ੍ਹਾਂ ਨੂੰ ਹੁਣ ਗੁਰੂ ਬਣਾਇਆ ਹੈ, ਜਿਹੜੇ 7ਵੇਂ ਪਾਤਸ਼ਾਹ ਜੀ ਬਣੇ ਹਨ ਸ਼੍ਰੀ ਗੁਰੂ ਹਰਿ ਸਾਹਿਬ ਜੀ, ਉਹ ਆ ਕਰਕੇ ਤੇ ਇਹ ਜਿਹੜਾ ਕੋਠਾ ਸਾਹਿਬ ਤਿਆਰ ਕੀਤਾ ਗਿਆ ਹੈ ਪਤਾਲਪੁਰੀ, ਇਹਨੂੰ ਆ ਕਰਕੇ ਖੋਲਣਗੇ। ਔਰ ਉਤਨਾ ਚਿਰ ਕੋਈ ਵੀ ਸਾਡੇ ਕੋਲ ਨਾ ਆਏ ਤੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦਾ ਬਚਨ ਨਾ ਸਾਂਝਾ ਕਰੇ ਤੇ ਸ਼ਾਂਤ ਰਹੇ। ਸਾਰੀ ਸੰਗਤ ਮਾਲਿਕ ਦੀ ਕੀਰਤੀ ਕਰੇ। ਅਸੀਂ ਵੀ ਕੁਝ ਸਮਾਂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜੁੜਨਾ ਹੈ। ਔਰ ਕਹਿਣ ਲੱਗੇ ਕੁਝ ਜਿਹੜੇ ਯੋਧੇ ਹਨ ਉਹਨਾਂ ਨੂੰ ਇਸ ਕੋਠੜਾ ਦੇ ਕੋਲ, ਇਸ ਕੋਠੇ ਦੇ ਕੋਲ ਉਹਨਾਂ ਦੀ ਸੇਵਾ ਲਾ ਦਿੱਤੀ ਜਾਏ ਤੇ ਦਿਨ ਰਾਤ ਉਹ ਇੱਥੇ ਪਹਿਰਾ ਰੱਖਣ। ਕੁਝ ਸੇਵਕਾਂ ਨੂੰ ਪਾਤਸ਼ਾਹ ਜੀ ਨੇ ਐਸਾ ਕੁਝ ਯੋਧਿਆਂ ਨੂੰ ਹੁਕਮ ਕੀਤਾ ਹੈ। ਔਰ ਜਿਤਨੀ ਵੀ ਸੰਗਤ ਤੁਸੀਂ ਭਾਵਨਾ ਦੇ ਨਾਲ ਇੱਥੇ ਪਹੁੰਚੇ ਹੋ, ਕੀ ਕਰਨਾ ਹੈ? ਸਵੇਰੇ ਸ਼ਾਮ ਦੁਪਹਿਰੇ ਹਰ ਵੇਲੇ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲੇ, ਅੰਮ੍ਰਿਤਮਈ ਕੀਰਤਨ ਹੋਵੇ, ਸਾਰੀ ਸੰਗਤ ਕੀਰਤਨ ਦੇ ਨਾਲ ਜੁੜੇ। ਔਰ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਕੋਠਾ ਤਿਆਰ ਕੀਤਾ ਹੈ ਕੁਝ ਦਿਨ ਪਹਿਲਾਂ ਸੇਵਕਾਂ ਨੂੰ ਹੁਕਮ ਕਰਕੇ ਇੱਕ ਵੱਖਰੀ ਜਗ੍ਹਾ ਤੇ, ਸ਼ਾਂਤ ਜਗ੍ਹਾ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕੋਠੇ ਵਾਲੇ ਪਾਸੇ ਗਏ ਹਨ। ਔਰ ਬਾਅਦ ਸੇਵਕ ਜਿਹੜੇ ਸਨ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਲੱਗੇ ਹੋਏ ਹੁਕਮ ਦੇ ਮੁਤਾਬਕ ਉਹਨੂੰ ਬਾਹਰ ਦਰਵਾਜ਼ਾ ਜਿਹੜਾ ਹੈ ਉਹਨੂੰ ਬਿਲਕੁਲ ਬੰਦ ਕਰ ਦਿੱਤਾ ਹੈ। ਜਿੰਦਰੇ ਲਾ ਦਿੱਤੇ ਗਏ ਹਨ ਔਰ ਉੱਪਰਲੇ ਪਾਸੇ ਸੰਗਲੀ ਲਾ ਦਿੱਤੀ ਗਈ ਹੈ। ਕੁਛ ਪਹਿਰੇਦਾਰ ਗੁਰੂ ਕੇ ਹੁਕਮ ਦੇ ਅਨੁਸਾਰ ਉੱਥੇ ਰੁਕੇ ਹਨ। ਔਰ ਫਿਰ ਸ਼ਾਂਤ ਜਗ੍ਹਾ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ ਹਨ ਤੇ ਸਾਵਧਾਨ ਸਿੱਧੇ ਹੋ ਕਰਕੇ ਸਤਿਗੁਰਾਂ ਨੇ ਆਸਨ ਲਾਇਆ। ਮਾਲਕ ਦੀ ਇਬਾਦਤ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਅਖੀਰਲੇ ਸਮੇਂ ਸਰੀਰ ਛੱਡਣ ਤੋਂ ਪਹਿਲਾਂ ਕੁਛ ਦਿਨ ਕੇਵਲ ਤੇ ਕੇਵਲ ਮਾਲਕ ਦੀ ਬੰਦਗੀ ਵਿੱਚ, ਸਿਮਰਨ ਦੇ ਵਿੱਚ ਲੀਨ ਹੋਏ ਹਨ। ਤੇ ਜਿਸ ਤਰ੍ਹਾਂ ਸਿੱਧ ਜੋਗੀ ਐ ਬਿਲਕੁਲ ਸਿੱਧੇ ਹੋ ਕਰਕੇ ਮਾਲਕ ਦੀ ਇਬਾਦਤ ਦੇ ਵਿੱਚ ਜੁੜਦੇ ਹਨ, ਪਾਤਸ਼ਾਹ ਜੀ ਗਰੀਬ ਨਿਵਾਜ ਸਤਿਗੁਰੂ ਜੀ ਬੰਦਗੀ ਕਰ ਰਹੇ ਹਨ। ਤੇ ਕਹਿਣ ਲੱਗੇ ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਇੱਕ ਵਾਰੀ
ਉਹਨਾਂ ਨੇ ਵੀ ਸਰੀਰ ਛੱਡਿਆ ਤੇ ਜੰਗਲਾਂ ਵਾਲੇ ਪਾਸੇ ਗਏ ਸਨ। ਜਹਾਂ ਦੂਸਰੋ ਲਿਖਿਤ ਨਾਹੀ। ਤੇ ਜਿੱਥੇ ਹੋਰ ਕੋਈ ਦੂਸਰਾ ਨਜ਼ਰ ਨਹੀਂ ਸੀ ਆਉਂਦਾ, ਸਮਾਲ ਤਨ ਤਿਆਗ ਸਿਧਾਰੇ। ਔਰ ਉਸ ਜਗ੍ਹਾ ਤੇ ਜਾ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਜਿਹੜੇ ਪ੍ਰਾਣ ਛੱਡੇ ਸਨ, ਪਰਲੋਕ ਗਮਨ ਕੀਤੇ ਸਨ। ਇਕਾਂਤ ਜਗ੍ਹਾ ਤੇ ਸ਼੍ਰੀ ਕ੍ਰਿਸ਼ਨ ਜੀ ਵੀ ਪਹੁੰਚੇ ਸਨ। ਸ੍ਰੀ ਹਰਿਗੋਬਿੰਦ ਸੀ ਪ੍ਰਕਾਰੇ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਸ਼ਾਂਤ ਜਗ੍ਹਾ ਤੇ ਇਕਾਗਰਤਾ ਦੇ ਨਾਲ ਬੈਠੇ ਹਨ ਰਿਸ਼ਤੇ ਮਨ ਰੋਕਣ ਕੀਨ। ਤੇ ਸਾਰਿਆਂ ਪਾਸਿਆਂ ਤੋਂ ਹੁਣ ਪਾਤਸ਼ਾਹ ਜੀ ਨੇ ਮਨ ਰੋਕਿਆ ਹੈ। ਗੁਰਤਾ ਗੱਦੀ ਦੇ ਉੱਪਰ ਸਤਵੇਂ ਪਾਤਸ਼ਾਹ ਜੀ ਨੂੰ ਸਭਾਈਮਾਨ ਕੀਤਾ ਹੈ ਔਰ ਸਾਰੀ ਸੰਗਤ ਨੂੰ ਬਾਹਰ ਰੁਕਣ ਵਾਸਤੇ, ਕੀਰਤਨ ਕਰਨ ਵਾਸਤੇ ਤੇ ਮਾਲਕ ਦੀ ਬੰਦਗੀ ਦੇ ਵਿੱਚ ਲੀਨ ਰਹਿਣ ਵਾਸਤੇ ਹੁਕਮ ਕੀਤਾ ਹੈ। ਔਰ ਆਪ ਫਿਰ ਪਾਤਸ਼ਾਹ ਜੀ ਸ਼ਾਂਤ ਹੋ ਕਰਕੇ ਇੰਦਰੇ ਕਹਿਣ ਲੱਗੇ ਕਿ ਸਭ ਦਿਸ਼ ਤੇ ਮਨ ਰੋਕਣ ਕੀਨ। ਹੁਣ ਕਿਧਰੇ ਵੀ ਪਾਤਸ਼ਾਹ ਜੀ ਦਾ ਧਿਆਨ ਨਹੀਂ ਹੈ। ਅਗਲੀ ਜ਼ਿੰਮੇਵਾਰੀ ਅਗਲੇ ਪਾਤਸ਼ਾਹ ਜੀ ਨੂੰ ਬਖਸ਼ ਦਿੱਤੀ ਹੈ। ਹੁਣ ਸਤਿਗੁਰੂ ਜੀ ਇਕਾਗਰ ਹੋ ਕਰਕੇ ਬੈਠੇ ਹਨ ਇੰਦਰੈ ਗਣ ਸੰਕੋਚ ਕਰ ਲੀਨ। ਔਰ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਸੰਕੋਚਿਆ ਹੈ, ਇਕਾਗਰ ਕੀਤਾ ਹੈ। ਆਤਮ ਰਸ ਮੈਂ ਧਿਰੈ ਗੁਸਾਈ। ਔਰ ਛੇਵੇਂ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਹੁਣ ਆਤਮ ਰਸ ਦੇ ਵਿੱਚ, ਆਤਮ ਰੰਗ ਦੇ ਵਿੱਚ ਲੀਨ ਹੋ ਗਏ ਹਨ, ਮਸਤ ਹੋ ਗਏ ਹਨ। ਕੁਝ ਸਮਾਂ ਫਿਰ ਪਾਤਸ਼ਾਹ ਜੀ ਕੇਵਲ ਤੇ ਕੇਵਲ ਭਗਤੀ ਦੇ ਵਿੱਚ ਲੀਨ ਹੋਏ ਹਨ। ਜਹਾਂ ਦਵੈਤ ਕੋ ਲੇਸ਼ ਨ ਪਾਈ। ਔਰ ਜਿੱਥੇ ਦਵੈਤ ਦੁਬਿਧਾ ਇੱਕ ਭੋਰਾ ਵੀ ਰੱਤਾ ਭਰ ਵੀ ਨਹੀਂ ਹੈ, ਕੇਵਲ ਤੇ ਕੇਵਲ ਸ਼ਾਂਤੀ ਹੈ, ਭਗਤੀ ਹੈ, ਸਿਮਰਨ ਹੈ ਤੇ ਆਨੰਦ ਹੀ ਆਨੰਦ ਹੈ। ਇਸ ਅਵਸਥਾ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰ੍ਹਾਂ ਮਾਲਕ ਦੀ ਭਗਤੀ ਦੇ ਵਿੱਚ ਲੀਨ ਹੋਏ ਹਨ। ਅਸ਼ਟ ਦਿਵਸ ਨੌ ਸਾਧ ਸਮਾਦ। ਤੇ ਹੁਣ ਸਤਿਗੁਰਾਂ ਨੇ 6 ਦਿਨ ਲਗਾਤਾਰ ਮਾਲਕ ਦੀ ਇਸੇ ਤਰ੍ਹਾਂ ਇਬਾਦਤ ਕੀਤੀ ਹੈ। ਅਚਲ ਹੀ ਰੂਪ ਆਗਾਦ। ਔਰ ਹੁਣ ਅਚਲ ਗਰੀਬ ਨਿਵਾਜ ਸਤਿਗੁਰੂ ਜੀ ਟਿਕਾਊ ਵਾਲੀ ਜਿਹੜੀ ਅਵਸਥਾ ਹੈ ਇਹਦੇ ਵਿੱਚ ਬੈਠ ਕੇ ਮਾਲਕ ਦੀ ਰੱਜ ਕੇ ਇਬਾਦਤ ਕੀਤੀ ਹੈ, ਸਿਮਰਨ ਕੀਤਾ ਹੈ। ਸਪਤਮ ਦਿਨ ਕੇ ਅੰਮ੍ਰਿਤ ਵੇਲੇ। ਤੇ ਹੁਣ 7ਵਾਂ ਦਿਨ ਚੜ੍ਹਿਆ, ਜਿਸ ਦਿਨ ਬਾਰੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਪਹਿਲਾਂ ਕਿਹਾ ਸੀਗਾ ਕਿ ਭਾਈ 7ਵਾਂ ਦਿਨ ਜਦੋਂ ਹੋਏਗਾ ਨਾ, ਉਸ ਦਿਨ ਅੰਮ੍ਰਿਤ ਵੇਲੇ ਅਸੀਂ ਸਰੀਰ ਛੱਡਾਂਗੇ, ਅਸੀਂ ਸਰੀਰ ਤਿਆਗ ਦੇਣਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਅੱਜ 7ਵੇਂ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਹੈ। ਸਪਤਮ ਦਿਨ ਕੇ ਅੰਮ੍ਰਿਤ ਵੇਲੇ ਗਰੀਬ ਨਿਵਾਜ ਸਤਿਗੁਰੂ ਜੀ ਰੋਜ਼ਾਨਾ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਲੀਨ ਹੋਏ ਹਨ ਤੇ 7ਵਾਂ ਦਿਨ ਚੜ੍ਹਿਆ ਹੈ। ਸਤਿ ਤਿਆਗਨ ਕੀਨ ਸੁਹੇਲੇ। ਤੇ ਸੁਬਹ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ, ਬੰਦਗੀ ਕੀਤੀ, ਸਿਮਰਨ ਕੀਤਾ ਤੇ 7ਵੇਂ ਦਿਨ ਫਿਰ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ 5 ਭੌਤਿਕ ਬਲੀ ਜਿਹੜਾ ਸਰੀਰ ਹੈ ਪਾਤਸ਼ਾਹ ਜੀ ਦਾ, ਸੰਤ ਤੇ ਸਿਪਾਹੀ ਮਹਾਨ ਯੋਧੇ, ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੀਰ ਸੀ ਨਾ, ਬਾਕੀ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਰੀਰ ਕਰਕੇ ਸਾਰਿਆਂ ਦੇ ਨਾਲੋਂ ਜਵਾਨ, ਤਕਰੀਬਨ 7 ਫੁੱਟ ਦਾ ਪਾਤਸ਼ਾਹ ਜੀ ਦਾ ਕੱਦ ਸੀਗਾ ਤੇ ਹਾਥੀ ਦੀਆਂ ਸੁੰਡ ਦੀ ਤਰ੍ਹਾਂ ਬਲੀ ਜਿਹੜੀਆਂ ਵੱਡੀਆਂ ਬਾਹਾਂ ਸਨ ਔਰ ਬਹੁਤ ਭਾਰੀ ਸਰੀਰ ਹੈ। ਤੇ ਕੁਝ ਕੁ ਕੂਹਾਂ ਤੇ ਜਾ ਕਰਕੇ ਘੋੜਾ ਵੀ ਬਦਲਣਾ ਪੈਂਦਾ ਸੀਗਾ, ਇਤਨੇ ਜਵਾਨ ਤੇ ਇਤਨੇ ਭਾਰੀ ਸੂਰਮੇ ਸਨ। ਤਲਵਾਰ ਦਾ ਅਜਿਹਾ ਵਾਰ ਕਰਦੇ ਸਨ ਕਿ ਸਣੇ ਘੋੜ ਸਵਾਰ 2 ਹਿੱਸੇ ਕਰਕੇ ਦੁਸ਼ਮਣਾਂ ਦੇ ਸੁੱਟ ਦਿੰਦੇ ਸਨ, ਆਹੂ ਲਾ ਦਿੰਦੇ ਸਨ। ਔਰ ਇੱਕ ਇੱਕ ਤੀਰ ਕਈ ਸਰੀਰਾਂ ਨੂੰ ਪ੍ਰਵੇਸ਼ ਕਰ ਜਾਂਦਾ ਸੀ, ਸੀਨੇ ਪਾੜ ਕਰਕੇ ਅੱਗੇ ਲੰਘ ਜਾਂਦਾ ਸੀਗਾ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਤਨੇ ਬਲ ਵਾਲੇ ਤੇ ਦਲਾਂ ਦੇ ਦਲਾਂ ਨੂੰ ਖਤਮ ਕਰਨ ਵਾਲੇ ਗਰੀਬ ਨਿਵਾਜ ਸਤਿਗੁਰੂ ਜੀ ਸੰਤ ਸਿਪਾਹੀ, ਭਗਤੀ ਤੇ ਸ਼ਕਤੀ ਦੇ ਮੁਜੱਸਮੇ, ਮੀਰੀ ਪੀਰੀ ਦੇ ਮਾਲਕ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਲੀ ਸਰੀਰ ਵਾਲੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਰੀਰ ਛੱਡਿਆ ਹੈ। ਲਾਏ ਕੰਧ ਕੇ ਸੰਗ ਪਿਛਾਰੀ। ਅੰਮ੍ਰਿਤ ਵੇਲੇ ਤੋਂ ਬੰਦਗੀ ਕੀਤੀ ਹੈ ਤੇ ਫਿਰ ਜਦੋਂ ਦਿਨ ਚੜ੍ਹਿਆ ਹੈ, ਸਤਿਗੁਰਾਂ ਨੇ ਇੱਕ ਕੰਧ ਦੇ ਨਾਲ ਪਾਤਸ਼ਾਹ ਜੀ ਨੇ ਢੋ ਲਾਈ ਹੈ
ਇੱਕ ਕੰਧ ਦੇ ਨਾਲ ਜੁੜ ਕੇ ਬੈਠੇ ਹਨ। ਬੈਠੇ ਰਹੇ ਪ੍ਰਭੂ ਤਿਸ ਬਾਰੀ। ਸਰੀਰ ਤਿਆਗ ਦਿੱਤਾ ਹੈ ਤੇ ਸਰੀਰ ਉਸੇ ਤਰ੍ਹਾਂ ਕੰਧ ਦੇ ਨਾਲ ਲੱਗਿਆ ਹੋਇਆ, ਜਿਸ ਤਰ੍ਹਾਂ ਕੋਈ ਹੁਣੇ ਉੱਠ ਪੈਣਾ ਹੋਵੇ। ਜਿਸ ਤਰ੍ਹਾਂ ਕੋਈ ਬੰਦਾ ਇਸ ਤਰ੍ਹਾਂ ਕੰਧ ਦੇ ਨਾਲ ਢੋ ਲਾ ਕੇ ਬੈਠਦਾ ਹੈ ਨਾ, ਇਸ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਰੀਰ ਅੰਮ੍ਰਿਤ ਵੇਲੇ 7ਵੇਂ ਦਿਨ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਛੱਡਿਆ ਹੈ। ਔਰ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਹੁਣ ਬੈਕੁੰਠ ਦੇ ਵਿੱਚ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਹਨ। 5 ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ ਹੈ। ਔਰ ਹੁਣ ਸੱਚਖੰਡ ਦੇ ਵਿੱਚ ਆਨੰਦ ਦੀ ਪੁਰੀ ਦੇ ਵਿੱਚ ਮਾਲਕ ਦੇ ਪਰਮੇਸ਼ਰ ਦੇ ਘਰ ਦੇ ਵਿੱਚ ਆਤਮਿਕ ਤੌਰ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਪਹੁੰਚ ਗਏ ਹਨ। ਔਰ ਇਸ ਤਰ੍ਹਾਂ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਗਤ ਜਲੰਦੇ ਦਾ ਭਲਾ ਕਰਕੇ ਤੇ ਜਗਤ ਦੇ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਕਰਕੇ, ਬਹੁਤ ਵੱਡੀ ਸੋਭਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਧਾ ਕਰਕੇ, ਜਸ ਕੀਰਤੀ ਦੁਨੀਆ ਦੇ ਚਾਰੇ ਕੁੰਡਾਂ ਦੇ ਵਿੱਚ ਪਹੁੰਚਾ ਕਰਕੇ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਪਣੇ ਗੁਰੂ ਸਰੂਪ ਦੇ ਵਿੱਚ ਹੋਣ ਕਰਕੇ ਅਨੇਕਾਂ ਜੀਵਾਂ ਦਾ ਭਲਾ ਕਰਕੇ ਇਹ ਸਰੀਰ ਤਿਆਗਿਆ ਹੈ। ਔਰ ਆਪ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਥਾਪਿਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅੰਦਰ ਟਿਕੀ ਹੈ ਤੇ ਜਗਤ ਜਲੰਦੇ ਦਾ 6ਵੇਂ ਸਰੀਰ ਦੇ ਵਿੱਚ ਆ ਕਰਕੇ ਭਲਾ ਕੀਤਾ ਹੈ। ਉਹ ਜਿਹੜੀ ਜੋਤ ਹੈ ਅੱਗੇ ਫਿਰ 7ਵੇਂ ਸਰੀਰ ਸ੍ਰੀ ਹਰਿ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਹੋਈ ਹੈ। ਔਰ ਸਤਿਗੁਰਾਂ ਨੇ ਆਪਣੀ ਜਿਹੜੀ ਕੀਰਤੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਸਾਰੇ ਜਗਤ ਦੇ ਵਿੱਚ ਫੈਲਾਈ ਹੈ। ਔਰ ਸਿੱਖੀ ਦਾ ਜਿਹੜਾ ਮਾਰਗ ਹੈ, ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ ਵਾਲਾ ਜਿਹੜਾ ਮਾਰਗ ਹੈ ਨਾ, ਧਰਮ ਵਾਲਾ, ਇਹ ਮਾਰਗ ਸਾਰੇ ਜਗਤ ਦੇ ਵਿੱਚ ਇਹਨੂੰ ਉੱਤਮ ਕਰਕੇ ਦਰਸਾਇਆ ਹੈ। ਅਨੇਕਾਂ ਜੀਵਾਂ ਦਾ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਲਾ ਕੀਤਾ। ਜਿਹੜੀ ਜਿਹੜੀ ਭਾਵਨਾ ਲੈ ਕਰਕੇ ਕੋਈ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਇਆ ਹੈ, ਉਸੇ ਤਰ੍ਹਾਂ ਦਾ ਫਲ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਤੇ ਦੋਵਾਂ ਲੋਕਾਂ ਦਾ, ਸੰਸਾਰ ਦਾ, ਲੋਕ ਦਾ ਤੇ ਪਰਲੋਕ ਦਾ ਸੁੱਖ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਦੋਨਾਂ ਤਰ੍ਹਾਂ ਦਾ ਸੁੱਖ ਮਿਲਿਆ ਹੈ। ਸੰਸਾਰ ਦੇ ਪਦਾਰਥ ਜਿੱਥੇ ਮਿਲੇ ਹਨ, ਉੱਥੇ ਇੱਕ ਗਰੀਬ ਘਾਈ ਇੱਕ ਘਾਹ ਦੀ ਪੰਡ ਰੱਖ ਕੇ ਤੇ ਇੱਕ ਟਕਾ ਰੱਖ ਕੇ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਗਰੇ ਦੀ ਧਰਤੀ ਤੇ ਬੇਨਤੀ ਕਰਦਾ ਹੈ, ਇਹ ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ। ਪਾਤਸ਼ਾਹ ਜੀ ਪੁੱਛਦੇ ਨੇ ਕੀ ਚਾਹੀਦਾ ਹੈ? ਗਰੀਬ ਨਿਵਾਜ ਸਤਿਗੁਰੂ ਜੀ ਮਿਹਰ ਕਰੋ, ਕਿਰਪਾ ਕਰੋ, ਮੁਕਤੀ ਦੀ ਦਾਤ ਪ੍ਰਾਪਤ ਹੋ ਜਾਏ। ਇੱਕ ਘਾਹ ਦੀ ਪੰਡ ਇੱਕ ਟਕੇ ਤੋਂ ਖੁਸ਼ ਹੋ ਕਰਕੇ ਸਤਿਗੁਰੂ ਜੀ ਜੀਵਨ ਸਵਾਰ ਦਿੰਦੇ ਹਨ, ਕੁੱਲ ਤਾਰ ਦਿੰਦੇ ਹਨ। ਜਿੱਥੇ ਸੰਸਾਰ ਦੇ ਸੁੱਖ ਮਿਲਦੇ ਹਨ, ਸਰੀਰਕ ਸੁੱਖ ਮਿਲਦੇ ਹਨ, ਉੱਥੇ ਆਤਮਿਕ ਸੁੱਖ ਤੇ ਜਨਮ ਮਰਨ ਤੋਂ ਰਹਿਤ ਕਰਕੇ ਤੇ ਮਨੁੱਖ ਦੀ ਪਰਮ ਗਤੀ ਕਰ ਦਿੰਦੇ ਹਨ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਇੱਕ ਵਾਰੀ ਦੇਖੋ, ਜਹਾਂਗੀਰ ਬਾਦਸ਼ਾਹ ਨੇ ਵੀ ਇਹ ਗੱਲ ਕਹਿ ਦਿੱਤੀ ਸੀ, ਜਦੋਂ ਗਰੀਬ ਘਾਈ ਭੁਲੇਖਾ ਖਾ ਕਰਕੇ ਤੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਸੀਗਾ। ਬਾਦਸ਼ਾਹ ਆ ਭੇਟਾ ਬਾਦਸ਼ਾਹ ਦੇ ਅੱਗੇ ਰੱਖੀ, ਜਹਾਂਗੀਰ ਦੇ ਅੱਗੇ, ਤੇ ਜਹਾਂਗੀਰ ਨੇ ਪੁੱਛਿਆ ਸੀਗਾ ਕਿ ਹੇ ਭਾਈ ਦੱਸ ਕੀ ਚਾਹੀਦਾ ਹੈ। ਤੇ ਜਿਸ ਤਰ੍ਹਾਂ ਉਸ ਗਰੀਬ ਸਿੱਖ ਨੂੰ ਪਤਾ ਲੱਗਾ ਕਿ 6ਵੇਂ ਪਾਤਸ਼ਾਹ ਜੀ ਕਲਗੀ ਲਗਾਉਂਦੇ ਹਨ, ਬਾਜ ਕੋਲ ਹੈ, ਬਹੁਤ ਸਾਰੀ ਸੈਨਾ ਕੋਲ ਹੈ, ਉੱਚਾ ਤਖਤ ਲਾਉਂਦੇ ਹਨ, ਤੇ ਉਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਦੇਖ ਕਰਕੇ ਤੇ ਉਹ ਸਿੱਖ ਭੁਲੇਖਾ ਖਾ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭੁਲੇਖਾ ਖਾ ਕੇ ਉੱਥੇ ਪਹੁੰਚਿਆ ਹੈ। ਤੇ ਅੱਗੋਂ ਬਾਦਸ਼ਾਹ ਨੇ ਆਖਿਆ ਸੀਗਾ, ਕਹਿਣ ਲੱਗਾ ਹੇ ਭਾਈ ਦੱਸ ਕੀ ਚਾਹੀਦਾ ਹੈ। ਉਸਨੇ ਬੇਨਤੀ ਕੀਤੀ, ਕਹਿਣ ਲੱਗਾ ਹੇ ਪਾਤਸ਼ਾਹ ਜੀ ਰਹਿਮਤ ਕਰੋ, ਮੇਰਾ ਜੀਵਨ ਸਫਲ ਹੋ ਜਾਵੇ, ਮੈਨੂੰ ਮੁਕਤੀ ਦੀ ਦਾਤ ਚਾਹੀਦੀ ਹੈ।
ਬਾਦਸ਼ਾਹ ਨੇ ਕਹਿ ਦਿੱਤਾ ਸੀ, ਕਹਿਣ ਲੱਗਾ, ਹੇ ਭਾਈ, ਜੇ ਧਨ ਦੌਲਤ ਦੁਨੀਆ ਦਾ ਸੁੱਖ ਚਾਹੀਦਾ ਹੈ, ਸੋਨਾ ਚਾਹੀਦਾ ਹੈ, ਇਹ ਤਾਂ ਮੈਂ ਦੇ ਸਕਦਾ ਹਾਂ, ਪਰ ਜੇ ਆਤਮਿਕ ਆਨੰਦ ਚਾਹੀਦਾ ਨਾ, ਸੁੱਖ ਚਾਹੀਦਾ ਹੈ, ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦਾ ਹੈ, ਫਿਰ ਉਹ ਸਾਹਮਣੇ ਤੰਬੂ ਲੱਗਾ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਾ ਉੱਥੇ ਜਾ, ਉਹਨਾਂ ਦੇ ਚਰਨਾਂ ਦੇ ਵਿੱਚੋਂ ਤੈਨੂੰ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਮੇਰੇ ਕੋਲੋਂ ਦੁਨੀਆ ਦੇ ਸੁੱਖ ਤਾਂ ਪ੍ਰਾਪਤ ਹੋ ਸਕਦੇ ਹਨ, ਪਰ ਇਹ ਸੁੱਖ ਮੇਰੇ ਕੋਲੋਂ ਨਹੀਂ ਮਿਲ ਸਕਦਾ। ਭਾਵ ਇਹ ਹੈ ਕਿ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਲੋਕ ਦੇ ਅਤੇ ਪਰਲੋਕ ਦੇ ਸੁੱਖ ਵੀ ਮਿਲਦੇ ਹਨ। ਹੁਣ ਐਸੇ ਦੀਨ ਦਿਆਲ ਪਾਤਸ਼ਾਹ ਜਗਤ ਜਲੰਦੇ ਦਾ ਭਲਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕਰਕੇ ਸਰੀਰ ਛੱਡਦੇ ਹਨ। ਸਰਬਵਿਆਪੀ ਸਤਿਗੁਰ ਪੂਰੇ, ਔਰ ਸਤਿਗੁਰੂ ਜੀ ਸਾਰਿਆਂ ਥਾਵਾਂ 'ਤੇ ਵਿਆਪਕ ਹਨ। ਕੋ ਜਾਹਰ ਜਪਤ ਹਜੂਰੇ, ਔਰ ਜਿਹੜੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜ਼ਾਹਰ ਹਨ, ਹਰ ਜਗ੍ਹਾ 'ਤੇ ਮੌਜੂਦ ਹਨ, ਉਹਨਾਂ ਦੇ ਚਰਨਾਂ ਦੇ ਵਿੱਚੋਂ ਭਾਵਨਾ ਪੂਰੀਆਂ ਹੁੰਦੀਆਂ ਹਨ। ਸਿਮਰ ਹਾਜ਼ਰ ਹੋਏ ਹਜੂਰ, ਔਰ ਪਰਮਾਤਮਾ ਦਾ ਪ੍ਰਤੱਖ ਰੂਪ ਹਾਜ਼ਰ ਸਰੂਪ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਇੱਕ ਵਾਰੀ ਬੀਬੀ ਸੁਲੱਖਣੀ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ, ਪੁੱਤਰ ਦੀ ਦਾਤ ਚਾਹੀਦੀ ਹੈ। ਜਦੋਂ ਸਤਿਗੁਰਾਂ ਨੇ ਮੋੜ ਦਿੱਤਾ, ਤੁਹਾਡੇ ਕਰਮਾਂ ਦੇ ਵਿੱਚ ਦਾਤ ਨਹੀਂ ਲਿਖੀ ਹੋਈ, ਬਾਬਾ ਬੁੱਢਾ ਸਾਹਿਬ ਜੀ ਨੇ ਅਤੇ ਭਾਈ ਗੁਰਦਾਸ ਜੀ ਨੇ ਮਾਤਾ ਨੂੰ ਸੁਚੇਤ ਕੀਤਾ ਕਿ ਇਸ ਢੰਗ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਮਾਤਾ ਸੁਲੱਖਣੀ ਜੀ ਅਗਲੇ ਦਿਨ ਇੱਕ ਕਾਗਜ਼ ਕਲਮ ਦਵਾਤ ਲੈ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਹਨ। ਪਾਤਸ਼ਾਹ ਗਰੀਬ ਨਿਵਾਜ, ਤੁਸਾਂ ਕੱਲ੍ਹ ਇਹ ਬਚਨ ਕੀਤਾ ਕਿ ਮੇਰੇ ਕਰਮਾਂ ਦੇ ਵਿੱਚ ਦਾਤ ਲਿਖੀ ਨਹੀਂ ਹੈ। ਇਹ ਸਤਿਗੁਰੂ ਜੀ, ਤੁਸੀਂ ਆਪ ਮਾਲਕ ਦਾ ਪਰਮੇਸ਼ਰ ਦਾ ਸਰੂਪ ਹੋ। ਗਰੀਬ ਨਿਵਾਜ, ਸਤਿਗੁਰੂ ਜੀ ਜੇ ਪਹਿਲਾਂ ਨਹੀਂ ਨਾ ਲਿਖੀ ਔਰ ਹੁਣ ਲਿਖ ਦਿਓ। ਆ ਮੈਂ ਕਾਗਜ਼ ਅਤੇ ਕਲਮ ਨਾਲ ਲੈ ਕਰਕੇ ਆਈ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਖੁਸ਼ ਅਤੇ ਪ੍ਰਸੰਨ ਹੋਏ ਅਤੇ ਸਤਿਗੁਰਾਂ ਨੇ ਜਦੋਂ ਅੱਖਰ ਪਾਇਆ ਅਤੇ ਅੱਖਰ ਥੋੜ੍ਹਾ ਜਿਹਾ ਘੋੜਾ ਹਿੱਲਿਆ ਅਤੇ ਸਾਤੇ ਵਰਗਾ ਪਿਆ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੇਖ ਕੇ ਕਾਗਜ਼ ਕਹਿਣ ਲੱਗੇ, ਹੇ ਮਾਤਾ, ਹੁਣ ਤੁਹਾਡੇ ਘਰ ਦੇ ਵਿੱਚ 7 ਪੁੱਤਰ ਪੈਦਾ ਹੋਣਗੇ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਖਰ ਪਾ ਦਿੱਤੇ ਹਨ ਔਰ ਉਸ ਮਾਤਾ ਨੂੰ ਫਿਰ 7 ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਹੈ। ਕਹਿਣ ਤੋਂ ਭਾਵ ਇਹ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੀਵ ਦੇ ਮਨੁੱਖ ਦੇ ਕਰਮ ਬਦਲ ਸਕਦੇ ਹਨ। ਸਤਿਗੁਰੂ ਜੀ ਆਪਣੇ ਚਰਨਾਂ ਦੇ ਵਿੱਚੋਂ ਸਾਰੇ ਤਰ੍ਹਾਂ ਦੀਆਂ ਦਾਤਾਂ ਦੇ ਕਰਕੇ ਨਿਵਾਜਦੇ ਹਨ, ਨਿਹਾਲ ਕਰਦੇ ਹਨ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਸਮਰੱਥ ਹਨ। ਤੇ ਚਾਰੇ ਚੌਹਾਂ ਦੇ ਵਿੱਚੋਂ, ਚਾਰੇ ਕੋਨਿਆਂ ਦੇ ਵਿੱਚੋਂ, ਚਾਰੇ ਦਿਸ਼ਾਵਾਂ ਦੇ ਵਿੱਚੋਂ ਜਿਹੜਾ ਕੋਈ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੂਰ ਆਇਆ ਹੈ ਨਾ, ਉਹਨਾਂ ਦੀ ਭਾਵਨਾ ਹੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਸਾਂ ਪੂਰੀ ਕੀਤੀ ਹੈ। ਸਦਾ ਭਵਿੱਖਿਤ ਮੈਂ ਤਿਨ ਰੀਤ, ਔਰ ਕਵੀ ਜੀ ਲਿਖਦੇ ਹਨ, ਸਤਿਗੁਰੂ ਜੀ ਅਗਾਂਹ ਭਵਿੱਖ ਦੇ ਵਿੱਚ ਵੀ ਇਹੀ ਰੀਤ ਹੈ। ਅੱਜ ਵੀ ਜੇਕਰ ਕੋਈ ਤੁਹਾਨੂੰ ਭਾਵਨਾ ਦੇ ਨਾਲ ਯਾਦ ਕਰੇ ਨਾ, ਅਤੇ ਇਹ ਨਹੀਂ ਕਿ ਉਦੋਂ ਹੀ, ਅੱਜ ਵੀ ਜੇਕਰ ਛੇਵੇਂ ਪਾਤਸ਼ਾਹ ਜੀ ਨੂੰ ਕੋਈ ਯਾਦ ਕਰੇ ਤਾਂ ਉਹਦੀ ਭਾਵਨਾ ਪੂਰੀ ਹੁੰਦੀ ਹੈ ਔਰ ਉਸੇ ਤਰ੍ਹਾਂ ਹੀ ਪ੍ਰਗਟ ਹੋ ਜਾਂਦਾ ਜਿਹੜਾ ਕੋਈ ਸਤਿਗੁਰਾਂ ਦੇ ਚਰਨਾਂ ਦਾ ਨਾਲ ਪ੍ਰੀਤੀ ਕਰਦਾ ਹੈ, ਸਨੇਹ ਕਰਦਾ ਹੈ। ਔਰ ਪਾਤਸ਼ਾਹ ਜੀ ਆਪਣੇ ਦਾਸਾਂ ਦੀ ਮਨਸ਼ਾ ਇੱਛਾ ਪੂਰੀ ਕਰਦੇ ਹਨ ਔਰ ਸਿੱਖਾਂ ਦੀ ਬਹੁਤ ਵੱਡੀ ਸਹਾਇਤਾ ਕਰਦੇ ਹਨ, ਬਾਂਹ ਪਕੜਨ ਵਾਲੇ ਹਨ। ਤੇ ਕਵੀ ਜੀ ਲਿਖਦੇ ਹਨ, ਕਹਿਣ ਲੱਗੇ, ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਛੱਡ ਦਿੱਤਾ ਹੈ, 7ਵਾਂ ਦਿਨ ਹੋਇਆ ਹੈ। ਹੁਣ ਸਤਿਗੁਰਾਂ ਦੇ ਸਰੀਰ ਛੱਡਣ ਤੋਂ ਬਾਅਦ ਵਾਲੀ ਜਿਹੜੀ ਗਾਥਾ ਹੈ ਨਾ, ਇਤਿਹਾਸ ਹੈ, ਆਓ ਸਿੱਖੋ, ਭਾਵਨਾ ਦੇ ਨਾਲ ਸਰਵਣ ਕਰੋ ਜੀ। ਹੇ ਸਰੋਤਾ ਜਨ, ਹੇ ਸੁਣਨ ਵਾਲੇ ਪਿਆਰੇ, ਬੜੇ ਸੁਚੇਤ ਹੋ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਅਖੀਰ ਵਾਲੇ ਦੇ ਬਚਨ, ਅਖੀਰ ਵੇਲੇ ਦੇ ਬਚਨ ਸਰਵਣ ਕਰੀਏ ਜੀ। 7 ਦਿਨ ਜੈਸਾ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਸੀਗਾ ਨਾ, ਉਸੇ ਹੁਕਮ ਦੇ ਮੁਤਾਬਕ
ਸਾਰੇ ਸਿੱਖ ਭਾਵਨਾ ਦੇ ਨਾਲ ਕੀਰਤੀ ਕਰਦੇ ਰਹੇ, ਸਿਮਰਨ ਦੇ ਵਿੱਚ ਜੁੜੇ ਰਹੇ। ਕੁਝ ਕੁ ਪਹਿਰੇਦਾਰ ਮੌਜੂਦ ਸਨ, ਬਾਕੀ ਸਾਰੇ ਸਿੱਖ ਉਸ ਕੋਠੇ ਤੋਂ ਦੂਰ ਸਨ। ਦੁਸ਼ਟ ਦਵਾਰ ਨਾ ਹੱਥ ਲਗਾਵੋ। ਔਰ ਕਿਸੇ ਨੇ ਵੀ ਸਤਿਗੁਰਾਂ ਦੇ ਦਰਵਾਜ਼ੇ ਨੂੰ ਹੱਥ ਨਹੀਂ ਲਾਇਆ ਹੈ। ਕਿਮ ਕੈ ਸਤਿਗੁਰ ਅੰਤਰ ਬਰੇ। ਔਰ ਇਸ ਤਰ੍ਹਾਂ ਕਹਿ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਗਏ ਸਨ। ਆਵੋ ਉਪਾਸਨਾ ਵਰਜਨ ਕਰੇ। ਕਹਿਣ ਲੱਗੇ, ਉਹਨਾਂ ਨੇ ਬਚਨ ਕੀਤਾ ਸੀਗਾ ਕਿ ਭਾਈ ਸਾਡੇ ਕੋਲ ਕੋਈ ਨਾ ਆਵੇ, ਕੁਝ ਦਿਨ ਅਸੀਂ ਮਾਲਕ ਦੇ ਇਬਾਦਤ ਵਿੱਚ ਜੁੜਾਂਗੇ ਤੇ 7ਵੇਂ ਦਿਨ ਅਸੀਂ ਸਰੀਰ ਛੱਡਾਂਗੇ, ਫਿਰ ਤੁਸੀਂ ਸਾਡੇ ਇਸ ਦਰਵਾਜ਼ੇ ਨੂੰ ਖੋਲ੍ਹਣਾ ਹੈ। ਉਹਨਾਂ ਦਿਨ ਤੁਸੀਂ ਮਾਲਕ ਦੀ ਕੀਰਤੀ ਕਰਨੀ ਹੈ। ਔਰ ਸਾਰੀ ਸੰਗਤ ਨੇ ਉਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਦਾ ਬਚਨ ਮੰਨਿਆ ਹੈ। ਸਾਰੇ ਇਕਾਗਰ ਹੋ ਕਰਕੇ, ਸ਼ਾਂਤ ਹੋ ਕਰਕੇ ਬੈਰਾਗਮਈ ਕੀਰਤਨ ਗੁਰੂ ਕੇ ਸ਼ਬਦ ਗਾ ਰਹੇ ਸਨ। ਬੈਠੇ ਦੂਰ ਦੂਰ ਕਰ ਪੰਗਤ। ਔਰ ਬੜੇ ਪਿਆਰ ਦੇ ਨਾਲ ਦੂਰ ਦੂਰ ਹੋ ਕਰਕੇ ਮਾਲਕ ਦੀ ਕੀਰਤੀ ਦੇ ਵਿੱਚ ਬੈਠੇ ਹਨ। ਪੰਗਤਾਂ ਦੇ ਵਿੱਚ, ਲਾਈਨਾਂ ਦੇ ਵਿੱਚ ਸਾਰੀ ਸੰਗਤ ਬੈਠ ਕਰਕੇ ਪਰਮੇਸ਼ਰ ਦੀ ਵਡਿਆਈ ਕਰਦੀ ਹੈ। ਦਿਵਸ ਇਸ ਭਾਤ ਗੁਜ਼ਾਰੇ। 6 ਦਿਨ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਕੇ ਬਚਨਾਂ ਦੇ ਵਿੱਚ ਜਦੋਂ ਬਤੀਤ ਕਰ ਲਏ ਹਨ। ਸਪਤਮ ਪ੍ਰਾਤੀ ਚਿੰਨ ਨਿਹਾਰੇ। ਔਰ 7ਵੇਂ ਦਿਨ ਸਾਰੀ ਸੰਗਤ ਨੇ ਵਿਚਾਰਿਆ ਹੈ ਕਿ ਅੱਜ ਉਹ ਦਿਨ ਹੈ ਜਿਹੜੇ ਦਿਨ ਫਿਰ ਉਹ ਦਰਵਾਜ਼ਾ ਖੁੱਲ੍ਹੇਗਾ ਔਰ ਗਰੀਬ ਨਿਵਾਜ ਅਗਲੇ ਥਾਪੇ ਹੋਏ ਗੁਰੂ 7ਵੇਂ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦਰਵਾਜ਼ਾ ਖੋਲ੍ਹਣਗੇ। ਭਇਓ ਆਕਾਸ਼ ਅਰਣ ਭਉ ਮਰਨ। ਔਰ ਕਹਿਣ ਲੱਗੇ, ਆਕਾਸ਼ ਸ਼ਾਂਤ ਹੈ। ਸਾਰੀ ਸੰਗਤ ਦੇ ਮਨ ਦੇ ਵਿੱਚ ਅੱਜ ਬਹੁਤ ਭਾਰੀ ਬੈਰਾਗ ਹੈ ਕਿ ਅੱਜ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਰੀਰ ਛੱਡ ਦਿੱਤਾ ਹੋਏਗਾ। ਦੁਸ਼ਟ ਪਰੀ ਸਭ ਕੇ ਧੁਨ ਕਰਨ। ਔਰ ਸਾਰੀ ਸੰਗਤ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਉੱਥੇ ਸ਼ਾਂਤੀ ਹੈ। ਸਾਰੀ ਸੰਗਤ ਅੱਜ ਸ਼ਾਂਤ ਹੈ। ਹਰੇਕ ਦੇ ਮਨ ਦੇ ਵਿੱਚ ਬਹੁਤ ਭਾਰੀ ਬੈਰਾਗ ਹੈ ਕਿ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅੱਜ ਵਾਲੇ ਦਿਨ ਸਰੀਰ ਛੱਡਣਾ ਹੈ। ਕਾ ਚਤਰ ਜਾਮਨੀ ਰਹੇ। ਤੇ 4 ਕੁ ਘੜੀਆਂ ਦਾ ਜਿਹੜਾ ਰਾਤ ਹੈ ਉਹ ਰਹਿ ਗਈ ਹੈ, ਕਹਿਣ ਤੋਂ ਭਾਵ ਦਿਨ ਚੜ੍ਹਨ ਵਾਲਾ ਹੈ ਤੇ ਅਜੇ ਕੁਝ ਕੁ ਜਿਹੜਾ ਸਮਾਂ ਉਹ ਪਿੱਛੇ ਹੈ। ਗੁਰ ਪ੍ਰਸਥਾਨ ਸਰਬ ਹੀ ਲਹੇ। ਔਰ ਗੁਰੂ ਕੇ ਚਰਨਾਂ ਦੇ ਵਿੱਚ ਸਾਰੀ ਸੰਗਤ ਫਿਰ ਨੇੜੇ ਪਹੁੰਚੀ ਹੈ। ਮਨ ਮਲਾਏ ਨਿਤ ਉਤਬਵ ਫਿਰੈ। ਔਰ ਬੜੇ ਬੈਰਾਗ ਦੇ ਨਾਲ ਗੁਰੂ ਕੇ ਸਿੱਖ ਪਿਆਰੇ ਅੱਜ ਅੰਮ੍ਰਿਤ ਵੇਲੇ ਤੋਂ ਉੱਠ ਕਰਕੇ ਕੋਠੜਾ ਸਾਹਿਬ ਦੇ ਕੋਲ ਇੱਧਰ ਉੱਧਰ ਜਾ ਰਹੇ ਹਨ। ਗੋਸ਼ਟ ਨਿਕਟ ਨਾ ਪਹੁੰਚਣ ਪਰੈ। ਪਰ ਕੋਈ ਵੀ ਜਿਹੜਾ ਅਜੇ ਤੱਕ ਦਰਵਾਜ਼ਾ ਕਿਸੇ ਨੇ ਨਹੀਂ ਖੋਲ੍ਹਿਆ, ਬਿਲਕੁਲ ਨੇੜੇ ਅਜੇ ਕੋਈ ਨਹੀਂ ਗਿਆ, ਪਰ ਸੰਗਤ ਸਾਰੀ ਉਸ ਪਾਸੇ ਪਹੁੰਚ ਗਈ ਹੈ, ਕੋਠੇ ਸਾਹਿਬ ਦੇ ਨੇੜੇ ਆ ਗਈ ਹੈ। ਅੱਜ ਦਰਵਾਜ਼ਾ ਖੋਲ੍ਹਿਆ ਜਾਏਗਾ ਜਿੱਥੇ ਸਤਿਗੁਰਾਂ ਨੇ ਸਰੀਰ ਛੱਡਣਾ ਹੈ। ਜੋਦਾ ਸਨਤ ਪਦ ਲੋ ਗਾਟੇ। ਔਰ ਗੁਰੂ ਕੇ ਯੋਧੇ ਮਹਾਨ ਸਿੱਖ ਸੇਵਕ ਵੀ ਉਸ ਕੋਠਾ ਸਾਹਿਬ ਦੇ ਕੋਲ ਪਹੁੰਚੇ ਹਨ। ਜੈ ਸਭ ਤੋਂ ਚੌਂਦਿਸ਼ ਠਾਡੇ। ਤੇ ਸਤਿਗੁਰਾਂ ਨੇ ਸਾਰਿਆਂ ਨੂੰ ਵਰਜਿਆ ਹੋਇਆ ਸੀਗਾ ਤੇ ਸਾਰੇ ਕਿਉਂਕਿ 7ਵੇਂ ਪਾਤਸ਼ਾਹ ਜੀ ਆਉਣਗੇ ਉਹ ਦਰਵਾਜ਼ਾ ਖੋਲ੍ਹਣਗੇ। ਸੰਗਤ ਪਹੁੰਚੀ ਹੈ ਪਰ ਕੋਈ ਦਰਵਾਜ਼ੇ ਦੇ ਨੇੜੇ ਨਹੀਂ ਗਿਆ ਹੈ। ਸਵਾ ਜਾਮ ਦਿਨ ਚੜ੍ਹਬੇ ਤੁਮੈ। ਹੁਣ ਸਵਾ ਜਾਮ ਬਹੁਤ ਜਿਹੜਾ ਦਿਨ ਹੈ ਉਹ ਚੜ੍ਹ ਗਿਆ ਹੈ। ਪ੍ਰਕਾਸ਼ ਹੋਏ ਨੂੰ ਸਮਾਂ ਹੋ ਚੁੱਕਾ ਹੈ। ਜਿਸ ਵੇਲੇ ਸਤਿਗੁਰਾਂ ਨੇ ਹੁਕਮ ਕੀਤਾ ਤਕਰੀਬਨ ਉਹ ਸਮਾਂ ਆ ਗਿਆ ਹੈ। ਗੁਰੂ ਕੋ ਤਬ ਟਿਕ ਨਿਮੈ। ਔਰ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਾਰੀ ਸੰਗਤ ਨੇੜੇ ਆਈ ਹੈ। ਸ੍ਰੀ ਹਰਿ ਰਾਏ ਪ੍ਰਥਮ ਟਿਕ ਜਾਏ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀਗਾ ਉਹ ਸਭ ਤੋਂ ਪਹਿਲਾਂ ਦਰਵਾਜ਼ੇ ਦੇ ਨੇੜੇ ਪਹੁੰਚੇ ਹਨ। ਨਿਜ ਘਰ ਦਵਾਰ ਕਿਵਾੜ ਖੁਲਾਏ। ਔਰ ਹੁਕਮ ਕੀਤਾ ਜਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਕੇ ਗਏ ਸਨ, ਉਸੇ ਤਰ੍ਹਾਂ ਨਿਜ ਘਰ ਆਪਣੇ ਹੱਥਾਂ ਦੇ ਨਾਲ 7ਵੇਂ ਪਾਤਸ਼ਾਹ ਜੀ ਨੇ ਨਿਜ ਘਰ ਦਵਾਰ ਕਿਵਾੜ ਖੁਲਾਏ। ਉਹ ਕਿਵਾੜ ਜਿਹੜੇ ਸਨ ਸਤਿਗੁਰਾਂ ਨੇ ਆਪ ਖੁਲਵਾਏ ਹਨ। ਪਾਤਸ਼ਾਹ ਦਰਸੈ ਸਭ ਕੋਏ। ਔਰ ਆਪ 7ਵੇਂ ਪਾਤਸ਼ਾਹ ਜੀ ਨੇ ਪਹਿਲਾਂ ਜਾ ਕਰਕੇ ਦੇਖਿਆ ਹੈ
ਔਰ ਉਹਨਾਂ ਤੋਂ ਬਾਅਦ ਸਾਰੀ ਸੰਗਤ ਨੂੰ ਫਿਰ ਦਰਸ਼ਨ ਕਰਵਾਏ ਹਨ। ਆਪਨ ਕਾਮਨਾ ਪੂਰਨ ਹੋਏ। ਔਰ ਸਤਿਗੁਰਾਂ ਨੇ ਬਚਨ ਕੀਤਾ ਸੀਗਾ ਔਰ ਜਿਹੜੇ ਜਿਹੜੇ ਵੀ ਦੀਦਾਰ ਕਰਨਗੇ ਭਾਵਨਾ ਪੂਰੀਆਂ ਹੋਣਗੀਆਂ। ਇਹ ਸਭ ਮੈਂ ਵਿਦਤਾਏ ਪ੍ਰਤਾਪ। ਔਰ ਸਾਰਿਆਂ ਦੇ ਵਿੱਚ ਫਿਰ ਇਹ ਸਾਰਾ ਬਿਰਤਾਂਤ ਦੱਸਿਆ ਗਿਆ ਹੈ। ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਆ ਰਹੀ ਹੈ। ਸੰਗਤਾਂ ਦੇ ਮਨ ਦੇ ਵਿੱਚ ਭਾਰੀ ਬੈਰਾਗ ਹੈ। ਔਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਅੱਜ ਅੰਮ੍ਰਿਤ ਵੇਲੇ ਛੱਡਿਆ ਹੈ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਪਹਿਲਾਂ ਗਏ ਹਨ ਔਰ ਵਾਰੀ ਵਾਰੀ ਫਿਰ ਸਾਰੀ ਸੰਗਤ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦੀਦਾਰ ਕਰ ਰਹੀ ਹੈ। ਮਿਲ ਕਰ ਬੈਠ ਕਰੈ ਬਖਿਆਤ। ਔਰ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਸਰੀਰ ਛੱਡਿਆ ਹੈ ਉੱਥੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠੇ ਹਨ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਉੱਥੇ ਪਹੁੰਚੇ ਬੈਠੇ ਹਨ। ਕੁਝ ਗੁਰੂ ਕੇ ਮੁਖੀ ਸਿੱਖ ਹੋਰ ਉੱਥੇ ਮੌਜੂਦ ਹਨ ਸਵਾ ਪੈਰ ਦਿਨ ਜਬ ਚੜ੍ਹ ਆਇਓ। ਤੇ ਕਹਿਣ ਲੱਗੇ ਕਿ ਸਵਾ ਪੈਰ ਜਦੋਂ ਦਿਨ ਚੜ੍ਹ ਕੇ ਆਇਆ ਹੈ ਹਰਿ ਰਾਇ ਹਿਰਦੈ ਲਖ ਪਾਇਓ। ਔਰ ਹੁਣ ਸਮਾਂ ਹੈ ਗਰੀਬ ਨਿਵਾਜ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਅੰਤਮ ਕਿਰਿਆ ਕਰਨੀ ਚਾਹੀਦੀ ਹੈ। ਸਾਰੀ ਸੰਗਤ ਨੇ ਦਰਸ਼ਨ ਕੀਤੇ ਹਨ। ਸਾਰੀ ਸੰਗਤ ਦੂਰ ਨੇੜੇ ਤੋਂ ਹੋਰ ਵੀ ਪਹੁੰਚ ਰਹੀ ਹੈ ਔਰ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸਮਾਂ ਵਿਚਾਰਿਆ ਹੈ। ਦੋਹਰਾ ਸਾਹਿਬ ਭਾਣਾ ਜੋਧ ਪੁਨ ਸੂਰਜ ਮਲ ਸੁਜਾਨ। ਔਰ ਰਾਏ ਜੋਧ ਸ਼ਾਹ ਤੇ ਇਸੇ ਤਰ੍ਹਾਂ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸਾਹਿਬ ਭਾਣਾ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਪਿਆਰੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 6 ਗੁਰੂ ਸਾਹਿਬਾਨਾਂ ਤੱਕ ਵੱਡੀ ਸੇਵਾ ਕਮਾਈ ਹੈ। ਉਹਨਾਂ ਦੇ ਅਤੀ ਸਤਿਕਾਰਯੋਗ ਪੁੱਤਰ ਭਾਈ ਭਾਨਾ ਜੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਕੋਲ ਬੈਠੇ ਹੋਏ ਹਨ। ਸਾਹਿਬ ਭਾਣਾ ਤੇ ਜੋਧ ਪੁੰਨ ਸੂਰਜ ਮਲ ਸੁਜਾਨ ਰਾਏ ਜੋਧ ਸ਼ਾਹ ਗੁਰੂ ਕਾ ਸੈਨਿਕ। ਔਰ ਇਸੇ ਤਰ੍ਹਾਂ ਬਾਬਾ ਸੂਰਜ ਮਲ ਜੀ 6ਵੇਂ ਪਾਤਸ਼ਾਹ ਪਿਤਾ ਦੇ ਸਰੀਰ ਦੇ ਕੋਲ ਬੈਠੇ ਹੋਏ ਹਨ। ਭਾਈ ਰੂਪਾ ਆਦਿ ਸਿੱਖ ਆਨਮ ਸੰਦ ਮਹਾਨ। ਔਰ ਗੁਰੂ ਕਾ ਅਨੰਨ ਪਿਆਰਾ ਸੇਵਕ ਭਾਈ ਰੂਪਾ ਜੀ ਬੜੇ ਬੈਰਾਗ ਦੇ ਨਾਲ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ ਤੇ ਸਤਿਗੁਰਾਂ ਦੇ ਸਰੀਰ ਦੇ ਕੋਲ ਪਹੁੰਚੇ ਹਨ। ਔਰ ਇਸੇ ਤਰ੍ਹਾਂ ਸਿੱਖ ਆਨ ਮਸੰਦ ਮਹਾਨ ਜਿਹੜੇ ਹੋਰ ਵੀ ਗੁਰੂ ਕੇ ਮਹਾਨ ਸਿੱਖ ਔਰ ਜਿਹੜੇ ਮੁਖੀ ਮਸੰਦ ਸਨ ਸਾਰੇ ਆ ਕਰਕੇ ਇਸ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਕੋਲ ਆ ਕਰਕੇ ਬੇਅੰਤ ਗੁਰੂ ਕੇ ਪਿਆਰੇ ਮਹਾਨ ਸਿੱਖ ਗੁਰੂ ਕੇ ਚਰਨਾਂ ਦੇ ਵਿੱਚ ਬੈਠੇ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਤੋਂ ਛੋਟੇ ਸਪੁੱਤਰ ਬਾਬਾ ਅਟਲ ਰਾਏ ਜੀ ਸਨ ਤੇ ਉਹ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਹਨ। ਤੇ ਹੁਣ ਸਭ ਤੋਂ 5 ਪੁੱਤਰਾਂ ਦੇ ਵਿੱਚੋਂ ਛੋਟੇ ਗੁਰੂ ਤੇਗ ਬਹਾਦਰ ਜੀ ਹਨ। ਔਰ ਇਹ ਵੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੜੇ ਸ਼ਾਂਤ ਹੋ ਕਰਕੇ ਪਿਤਾ ਜੀ ਦੇ ਅਕਾਲ ਚਲਾਣੇ ਤੇ ਗੁਰੂ ਕੇ ਚਰਨਾਂ ਦੇ ਵਿੱਚ ਸੁਸ਼ੋਭਤ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸ਼੍ਰੀ ਹਰਿ ਰਾਏ ਸਭਨ ਮੈਂ ਸਾਦਰ ਸਾਰੀ ਸੰਗਤ ਦੇ ਵਿੱਚ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ੀ ਹੈ ਔਰ ਜਿਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ। ਅੱਗੇ ਜਾ ਕਰਕੇ ਹੁਣ ਜਿਨ੍ਹਾਂ ਨੇ ਸਿੱਖ ਪੰਥ ਦੀ ਅਗਵਾਈ ਕਰਨੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਸਾਰਿਆਂ ਨੇ ਬੇਨਤੀ ਕੀਤੀ ਹੈ। ਔਰ ਕਹਿਣ ਲੱਗੇ ਕਿ हे ਪਾਤਸ਼ਾਹ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕੁਝ ਸਮੇਂ ਪਹਿਲਾਂ ਕਵੀ ਜੀ ਨੇ ਬਚਨ ਲਿਖਿਆ ਕਿ ਸਾਰੇ ਸਿੱਖਾਂ ਨੇ ਆ ਕਰਕੇ ਨਾ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਜਦੋਂ ਦੁਆਰੇ ਦੇ ਕੋਲ ਪਹੁੰਚ ਗਏ ਸਨ ਤੇ ਕੁਝ ਸਮਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਉੱਥੇ ਬੈਠ ਗਏ। ਗਰੀਬ ਨਿਵਾਜ ਪਾਤਸ਼ਾਹ ਜੀ ਸ਼ਾਂਤ ਹੋ ਗਏ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਬਹੁਤ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ।
ਤੇ ਉਮਰ ਛੋਟੀ ਜੀ ਹੈ। ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਸਨੇਹ ਪਿਆਰ ਬਖਸ਼ਿਸ਼ ਕੀਤਾ ਹੈ। ਅਗਲੇ ਗੁਰੂ ਬਣੇ ਹਨ ਤੇ ਕੁਝ ਸਮਾਂ ਦੀਵਾਰੇ ਦੇ ਕੋਲ ਬੈਠ ਗਏ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਰਾਏ ਜੋਧ ਸ਼ਾਹ ਨੇ ਔਰ ਇਸੇ ਤਰ੍ਹਾਂ ਭਾਈ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ, ਰਾਏ ਜੋਧ ਸ਼ਾਹ, ਗੁਰੂ ਤੇਗ ਬਹਾਦਰ ਸਾਰਿਆਂ ਨੇ ਬੇਨਤੀ ਕੀਤੀ ਹੈ ਤੇ ਸਤਵੇਂ ਪਾਤਸ਼ਾਹ ਜੀ ਨੇ ਦਰਵਾਜ਼ਾ ਖੋਲ੍ਹਿਆ ਸੀਗਾ। ਔਰ ਜਿਸ ਸਮੇਂ ਸਤਿਗੁਰਾਂ ਨੇ ਜਾਣ ਤੋਂ ਪਹਿਲਾਂ ਜੈਸਾ ਹੁਕਮ ਕੀਤਾ ਸੀਗਾ ਉਹਦੇ ਮੁਤਾਬਕ ਪਾਤਸ਼ਾਹ ਜੀ ਨੇ ਇਹ ਦਰਵਾਜ਼ਾ ਖੋਲ੍ਹਿਆ ਹੈ। ਔਰ ਸਵਾ ਜਾਮ ਵਿਚਾਰਿਆ ਸੀਗਾ ਕਿ ਪਾਤਸ਼ਾਹ ਜੀ ਨੇ ਇਸ ਵੇਲੇ ਬਚਨ ਕੀਤਾ ਸੀ, ਉਸੇ ਅਨੁਸਾਰ ਸਤਿਗੁਰੂ ਜੀ ਅੰਦਰ ਦਾਖਲ ਹੋਏ ਸਨ। ਔਰ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਨੇ ਬਚਨ ਕੀਤਾ ਸੀ, ਹੇ ਸਤਵੇਂ ਪਾਤਸ਼ਾਹ, ਹੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਜੈਸਾ ਹੁਕਮ ਛੇਵੇਂ ਪਾਤਸ਼ਾਹ ਜੀ ਦਾ ਹੋਇਆ ਸੀਗਾ ਉਹ ਸਮਾਂ ਆ ਗਿਆ ਹੈ। ਇਸ ਵੇਲੇ ਪਾਤਸ਼ਾਹ ਜੀ ਕਹਿ ਕੇ ਗਏ ਸਨ ਕਿ ਦਰਵਾਜ਼ਾ ਖੋਲ੍ਹਣਾ ਹੈ ਤੇ ਗਰੀਬ ਨਿਵਾਜ ਆਪ ਜੀ ਦਰਵਾਜ਼ਾ ਖੋਲੋ। ਔਰ 4 ਘੜੀਆਂ ਅੰਮ੍ਰਿਤ ਵੇਲੇ ਦੀਆਂ ਬਤੀਤ ਹੋ ਚੁੱਕੀਆਂ ਹਨ, ਦਿਨ ਚੜ੍ਹਿਆ ਹੈ ਔਰ ਸਾਰੇ ਜਿਹੜੇ ਚਿੰਨ ਉਹ ਬਣ ਗਏ ਹਨ। ਉਹ ਸਮਾਂ ਉਹ ਵੇਲਾ ਆਇਆ ਹੈ। ਔਰ ਹੁਣ ਬਚਨ ਕੀਤਾ, ਕਹਿਣ ਲੱਗੇ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਦੁਬਾਰਾ ਉਸ ਵੇਲੇ ਫਿਰ ਇੱਕ ਵਾਰੀ ਕੋਠਾ ਸਾਹਿਬ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇਸ਼ਨਾਨ ਕਰਦੇ ਹਨ ਤੇ ਸਤਿਗੁਰੂ ਜੀ ਨਵੇਂ ਵਸਤਰ ਬਦਲੇ ਧਾਰਨ ਕੀਤੇ ਸਨ ਤੇ ਦਰਵਾਜ਼ੇ ਦੇ ਅੱਗੇ ਬੈਠ ਕਰਕੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਠੇ ਦਾ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਸਤਵੇਂ ਪਾਤਸ਼ਾਹ ਜੀ ਸਾਰੀ ਸੰਗਤ ਦੇ ਵਿੱਚ ਬੈਠ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ। ਤੇ ਫਿਰ ਉਸ ਤੋਂ ਬਾਅਦ ਅਰਦਾਸ ਸਤਿਗੁਰਾਂ ਨੇ ਕੀਤੀ ਹੈ ਔਰ ਉਸ ਤੋਂ ਬਾਅਦ ਫਿਰ ਉਹ ਜਿਹੜਾ ਕੁੰਡਾ ਹੈ, ਜਿਹੜੀ ਸੰਗਲੀ ਹੈ, ਉਹ ਪਾਤਸ਼ਾਹ ਜੀ ਨੇ ਲਾਈ ਹੈ ਔਰ ਫਿਰ ਸਾਰੀ ਸੰਗਤ ਨੇ ਇਹ ਜਿਹੜੀ ਧੁਨੀ ਹੈ ਸੁਣੀ ਹੈ ਔਰ ਸਤਿਗੁਰਾਂ ਨੇ ਅਰਦਾਸ ਕੀਤੀ ਹੈ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਿਆ ਸੀਗਾ। ਦਰਵਾਜ਼ਾ ਖੋਲ੍ਹਿਆ, ਦਰਵਾਜ਼ੇ ਇੱਕ ਪਾਸੇ ਕੀਤੇ ਗਏ ਤੇ ਸਭ ਤੋਂ ਪਹਿਲਾਂ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਦੀਦਾਰ ਕੀਤੇ ਸਨ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੰਧ ਦੇ ਨਾਲ ਢੋ ਲੱਗੀ ਹੋਈ ਹੈ ਤੇ ਸਤਿਗੁਰੂ ਜੀ ਸਾਹਮਣੇ ਇੱਕ ਪਾਸੇ ਨੂੰ ਜਿਹੜਾ ਸੀਸ ਹੈ ਉਹ ਝੁਕਿਆ ਹੋਇਆ ਹੈ ਤੇ ਗਰੀਬ ਨਿਵਾਜ ਸਤਿਗੁਰੂ ਜੀ ਸਾਹਮਣੇ ਸੁਸ਼ੋਭਤ ਹਨ। ਸਰੀਰ ਸਤਿਗੁਰਾਂ ਨੇ ਉੱਥੇ ਛੱਡਿਆ ਹੈ ਔਰ ਸਤਿਗੁਰੂ ਜੀ ਪਦਮ ਆਸਨ ਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਜੀ ਉੱਥੇ ਸੁਸ਼ੋਭਤ ਹਨ ਔਰ ਜਿਸ ਤਰ੍ਹਾਂ ਜੋਗੀ ਧਿਆਨ ਧਾਰ ਕੇ ਜੰਗਲਾਂ ਦੇ ਵਿੱਚ ਲੰਮੇ ਸਮੇਂ ਵਾਸਤੇ ਇੱਕ ਰਸ ਬਿਨਾਂ ਸਰੀਰ ਹਿਲਾਏ ਬੈਠਦੇ ਸਨ, ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਜੋਗੀ ਬੈਠਿਆ ਹੋਵੇ। ਗਰੀਬ ਨਿਵਾਜ ਸਤਿਗੁਰਾਂ ਦੇ ਦੀਦਾਰ ਸੰਗਤ ਕਰਦੀ ਹੈ, ਸਤਵੇਂ ਪਾਤਸ਼ਾਹ ਜੀ ਨੇ ਕੀਤੇ ਸਨ। ਅੰਦਰ ਜਾ ਕਰਕੇ ਸਤਿਗੁਰੂ ਜੀ ਦੀਦਾਰ ਕਰਦੇ ਹਨ ਕਿ ਨੇੜੇ ਹੋ ਕਰਕੇ ਕੀ ਦੇਖਿਆ ਕਿ ਸਰੀਰ ਤਾਂ ਉਸੇ ਹਾਲਤ ਦੇ ਵਿੱਚ ਹੈ ਪਰ ਸਵਾਸ ਨਹੀਂ ਚੱਲ ਰਹੇ, ਪ੍ਰਾਣਾਂ ਤੋਂ ਹੀਣੇ ਹਨ। ਸਰੀਰ ਦੇ ਵੇਖਣ ਤੇ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਜਾਗਦਾ ਹੋਵੇ, ਕੋਈ ਬੈਠਾ ਹੋਵੇ, ਸੁਚੇਤ ਹੋਵੇ, ਪਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ ਪ੍ਰਾਣ ਛੱਡ ਦਿੱਤੇ ਹਨ ਔਰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਜਾ ਕਰਕੇ ਨਮਸਕਾਰ ਕੀਤੀ ਸੀਗੀ ਔਰ ਸਾਰਿਆਂ ਨੂੰ ਫਿਰ ਉਸ ਵੇਲੇ ਸਤਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ
हे भाई हुण ਲੱਕੜਾਂ ਦੀ ਜਿਹੜੀ ਚਿਣਾਈ ਹੈ ਉਹ ਕੀਤੀ ਜਾਏ ਅਤੇ ਕੁਝ ਚੰਦਨ ਦੀਆਂ ਜਿਹੜੀਆਂ ਲੱਕੜਾਂ ਉਹ ਵੀ ਕੀਮਤੀ ਲੱਕੜਾਂ ਲਿਆਂਦੀਆਂ ਜਾਣ। ਗਰੀਬ ਨਿਵਾਜ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਸਰੀਰ ਨੂੰ ਸੰਭਾਲਣ ਵਾਸਤੇ, ਅੰਤਮ ਕਿਰਿਆ ਕਰਨ ਵਾਸਤੇ ਬੜੇ ਸਤਿਕਾਰ ਸਹਿਤ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਸੰਗਤਾਂ ਨੂੰ ਹੁਕਮ ਕੀਤੇ ਹਨ। ਹੁਣ ਸਾਰੀ ਸੰਗਤ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਹੋਈ ਹੈ। ਹੁਣ ਬਿਨਾਂ ਕਿਸੇ ਦੇਰੀ ਤੋਂ ਝੱਟ ਹੀ ਸਾਰੀ ਤਿਆਰੀ ਕੀਤੀ ਜਾਏ। ਔਰ ਬੜੇ ਪਿਆਰ ਦੇ ਨਾਲ ਭਾਈ ਭਾਨਾ ਜੀ ਨੂੰ ਔਰ ਹੋਰ ਅਨੇਕਾਂ ਜਿਹੜੇ ਸੇਵਕ ਹਨ ਉਹਨਾਂ ਨੇ ਇਹ ਸਾਰੀ ਅੰਤਮ ਕਿਰਿਆ ਦੀ ਜਿਹੜੀ ਤਿਆਰੀ ਹੈ ਉਹਦੇ ਵਾਸਤੇ ਇਹ ਯਤਨ ਕੀਤਾ। ਇੱਧਰ ਉੱਧਰ ਜਾ ਕਰਕੇ ਸਾਰੀ ਸਮੱਗਰੀ, ਸਾਰਾ ਜਿਹੜਾ ਪ੍ਰਬੰਧ ਉਹ ਕੀਤਾ ਗਿਆ ਹੈ। ਔਰ ਉਸੇ ਵੇਲੇ ਅੰਦਰ ਜਾ ਕਰਕੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜਮਲ ਜੀ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ ਵੀ ਦੀਦਾਰ ਸਤਿਗੁਰਾਂ ਦੇ ਸਰੀਰ ਦੇ ਕਰਦੇ ਹਨ। ਔਰ ਰਾਏ ਜੋਧ ਸ਼ਾਹ ਵੀ ਅੰਦਰ ਦਾਖਲ ਹੋਇਆ ਅਤੇ ਕੁਝ ਜਿਹੜੇ ਮੁਖੀ ਮਸੰਦ, ਮੁਖੀ ਸੇਵਾਦਾਰ ਉਹ ਵੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਅੰਤਮ ਕਿਰਿਆ ਕਰਨ ਵਾਸਤੇ ਤਿਆਰੀ ਕਰ ਰਹੇ ਹਨ। ਸਾਰਿਆਂ ਨੇ ਆ ਕਰਕੇ ਪਹਿਲਾਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਦੇਖਿਆ, ਨਮਸਕਾਰ ਕੀਤੀ ਹੈ, ਫਿਰ ਤਿਆਰੀ ਦੇ ਵਿੱਚ ਲੱਗ ਗਏ ਹਨ। ਤੇ ਕੁਝ ਸਮੇਂ ਬਾਅਦ ਸਤਿਗੁਰਾਂ ਦਾ ਸਰੀਰ ਉਸ ਜਗ੍ਹਾ ਤੋਂ ਚੁੱਕ ਕਰਕੇ ਬੜੇ ਪਿਆਰ ਦੇ ਨਾਲ ਇੱਕ ਜਗ੍ਹਾ 'ਤੇ ਸਤਿਕਾਰ ਦੇ ਨਾਲ ਇੱਕ ਆਸਣ 'ਤੇ ਲੁਟਾਇਆ ਗਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਸਰੀਰ ਨੂੰ ਸਤਿਕਾਰ ਦੇ ਨਾਲ ਲੰਮੇ ਰੁੱਗ ਧਰਤੀ 'ਤੇ ਲਿਟਾਇਆ ਹੈ। ਔਰ ਸਤਲੁਜ ਦਾ ਜਿਹੜਾ ਜਲ ਹੈ ਉਹ ਉਸ ਵੇਲੇ ਸੰਗਤ ਨੇ ਮੰਗਵਾਇਆ ਹੈ। ਤੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਾਤਾਲਪੁਰੀ, ਜਿੱਥੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਛੱਡਿਆ ਹੈ, ਉਸ ਜਗ੍ਹਾ 'ਤੇ ਭਾਈ ਭਾਨਾ ਜੀ ਨੇ, ਭਾਈ ਸੂਰਜਮਲ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ, ਰਾਏ ਜੋਧ ਸ਼ਾਹ ਅਤੇ ਮੁਖੀ ਜਿਹੜੇ ਮਸੰਦ ਸਨ, ਗੁਰੂ ਘਰ ਦੇ ਸੇਵਾਦਾਰ ਸਨ। ਔਰ ਆਪਣੇ ਹੱਥੀਂ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਔਰ ਜਿਸ ਤਰ੍ਹਾਂ ਫਿਰ ਸਰੀਰ ਅਗਨ ਭੇਟ ਕੀਤਾ ਜਾਏਗਾ, ਅਗਲੇ ਦਿਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਲੰਮਾ ਸਮਾਂ ਸਿੱਖ ਪੰਥ ਦੀ ਅਗਵਾਈ ਕੀਤੀ ਹੈ ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਕੀਰਤੀ ਹੈ ਉਸ ਨੂੰ ਕਈ ਗੁਣਾ ਵਧਾ ਦਿੱਤਾ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਘਰ ਦੇ ਵਿੱਚ ਜਿੱਥੇ ਗੁਰਬਾਣੀ ਦਾ ਕੀਰਤਨ ਹੈ, ਜਿੱਥੇ ਸੇਵਾ ਹੈ, ਜਿੱਥੇ ਸਿਮਰਨ ਹੈ, ਜਿੱਥੇ ਭਗਤੀ ਹੈ, ਉੱਥੇ ਨਾਲ ਨਾਲ 7ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਜੀ ਨੇ ਸ਼ਕਤੀ ਵੀ ਲਿਆਂਦੀ ਹੈ, ਨਾਲ ਨਾਲ ਸਿੱਖਾਂ ਨੂੰ ਸਿਪਾਹੀ ਵੀ ਬਣਾਇਆ ਹੈ, ਯੁੱਧ ਵਿਦਿਆ ਵੀ ਸਿਖਾਈ ਹੈ। ਅਤੇ ਇਕੱਲੀ ਯੁੱਧ ਵਿਦਿਆ ਸਿਖਾਈ ਨਹੀਂ ਹੈ, 4 ਜੰਗ ਵੀ ਲੜੇ ਹਨ ਅਤੇ 4 ਜੰਗਾਂ ਦੇ ਵਿੱਚ ਫਤਿਹ ਹਾਸਲ ਕੀਤੀ ਹੈ। ਅਤੇ ਸਿੱਖ ਧਰਮ ਦਾ ਜਿਹੜਾ ਨਾਮ ਹੈ ਉਹ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਵੀ ਗੂੰਜਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਜਗਤ ਜਲੰਧਰ ਦੇ ਵਿੱਚ ਹੋਈ ਹੈ। ਐਸੇ ਦੀਨ ਦਿਆਲ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਅਸਥਾਨਾਂ 'ਤੇ ਆਪਾਂ ਬੈਠੇ ਹਾਂ, ਉਹਨਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸਰੀਰ ਛੱਡਿਆ ਹੈ। ਅਗਲੇ ਦੀਵਾਨਾਂ ਦੇ ਵਿੱਚ ਆਪਾਂ ਬਾਕੀ ਜਿਹੜਾ ਇਤਿਹਾਸ ਹੈ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਰੋਜ਼ਾਨਾ ਦੀ ਤਰ੍ਹਾਂ ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਧਰ ਦੀ ਚੜ੍ਹਦੀ ਕਲਾ ਵਾਸਤੇ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।